ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ ਦੋਹਰਾ ਇਵੇਂ ਥਿਰ ਪਏ ਤਿਆਰ ਹੋਏ ਕਰਕੇ ਸ਼ਤਰਨ ਹਤਨ ਧੀਰ ਪੁਰ ਧਰ ਕੇ ਬਿਗੜੀ ਬਾਤ ਸੁਧਾਰਨ ਹੇਤ ਸਿਮਰਤ ਸਤਿਗੁਰ ਭੈ ਸੁਚੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ। ਜਦੋਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਮੇਆਣੇ ਦੇ ਇਲਾਕੇ ਵਿੱਚ ਪਹੁੰਚਦੇ ਹਨ ਅਤੇ ਉੱਥੇ ਹੀ ਮਾਝੇ ਦੇ ਲੋਕ ਵੀ ਇੱਕ ਜਥਾ 200-250 ਦਾ ਆ ਕੇ ਮਿਲਦਾ ਹੈ, ਜਿਨ੍ਹਾਂ ਨੇ ਉਸ ਅਸਥਾਨ 'ਤੇ ਸਤਿਗੁਰੂ ਨੂੰ ਜੰਗਾਂ ਬੱਧ ਕਰਨ ਵਾਸਤੇ ਕਿਹਾ ਅਤੇ ਅਸੀਂ ਸੰਧੀ ਕਰਵਾ ਦਿਆਂਗੇ। ਸਤਿਗੁਰਾਂ ਨੂੰ ਇਸ ਗੱਲ 'ਤੇ ਗੁੱਸਾ ਆ ਗਿਆ ਵੀ ਹੁਣ ਤਾਂ ਸਾਡਾ ਸਾਰਾ ਕੁਝ ਚਲਿਆ ਗਿਆ ਹੈ ਅਤੇ ਹੁਣ ਤੁਸੀਂ ਕੌਣ ਹੁੰਦੇ ਹੋ ਸੰਧੀ ਕਰਾਉਣ ਵਾਲੇ। ਪੰਜਵੇਂ ਪਾਤਸ਼ਾਹ ਵੇਲੇ ਸੰਧੀ ਨਾ ਕਰਾਈ, ਨੌਵੇਂ ਪਾਤਸ਼ਾਹ ਵੇਲੇ ਸੰਧੀ ਕਰਾਉਂਦੇ ਤਾਂ ਉਹਨਾਂ ਨੇ ਗੁੱਸੇ ਵਿੱਚ ਆ ਕੇ ਕੁਝ ਨੰਬਰਦਾਰਾਂ ਨੇ ਚੌਧਰੀਆਂ ਨੇ ਹੰਕਾਰ ਵਿੱਚ ਕਹਿ ਦਿੱਤਾ ਜੀ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਅਸੀਂ ਤੁਹਾਡੇ ਸਿੱਖ ਨਹੀਂ ਬਣਦੇ, ਤੁਸੀਂ ਸਾਨੂੰ ਗੁਰੂ ਨਹੀਂ ਮੰਨਦੇ। ਤਾਂ ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਇਹ ਗੱਲ ਸੋਚਦਾ ਹੈ ਕਿ ਮੈਨੂੰ ਗੁਰੂ ਨਹੀਂ ਮੰਨਦਾ ਅਤੇ ਉਹ ਇਸ ਕਾਗਜ਼ ਉੱਤੇ ਲਿਖ ਕੇ ਦੇ ਦੇਵੇ। ਅਤੇ ਉੱਥੇ ਵਿਦਾਵਾ ਲਿਖਿਆ ਗਿਆ। ਪਾਤਸ਼ਾਹ ਜੀ ਨੇ ਉਹ ਵਿਦਾਵੇ ਵਾਲਾ ਕਾਗਜ਼ ਜਿਸ ਦੇ ਉੱਤੇ ਕਾਫੀ ਲੋਕਾਂ ਨੇ ਨੰਬਰਦਾਰਾਂ ਚੌਧਰੀਆਂ ਨੇ ਸਾਈਨ ਕਰ ਦਿੱਤੇ ਔਰ ਪਾਤਸ਼ਾਹ ਲੈ ਕੇ ਉਹ ਕਾਗਜ਼ ਖੀਸੇ ਵਿੱਚ ਪਾ ਕੇ ਤੁਰ ਗਏ ਅਤੇ ਮਗਰੋਂ ਭਾਈ ਮਹਾਂ ਸਿੰਘ ਅਤੇ ਉਹਨਾਂ ਦੇ ਕੁਝ ਸਾਥੀ ਜਿਨ੍ਹਾਂ ਦੀ ਗਿਣਤੀ 40 ਦੱਸੀ ਇਤਿਹਾਸ ਵਿੱਚ, ਉਹ 200-250 'ਚੋਂ ਰੁਕ ਗਏ, ਬਾਕੀ ਦੇ ਚਲੇ ਗਏ ਪਿੱਛੇ। ਅਤੇ ਇਸ ਜਥੇ ਨੇ ਸਤਿਗੁਰਾਂ ਦਾ ਪਿੱਛਾ ਕੀਤਾ ਵੀ ਇਹ ਤਾਂ ਬਹੁਤ ਵੱਡੀ ਗਲਤੀ ਹੋ ਗਈ, ਹੁਣ ਇਹ ਵਿਦਾਵਾ ਜਿਹੜਾ ਹੈ ਪੜਵਾਉਣਾ ਪੈਣਾ, ਪਹਿਲਾਂ ਗੁਰੂ ਖੁਸ਼ ਹੋਵੇਗਾ ਫਿਰ ਪਾੜੇਗਾ। ਅਤੇ ਉਹਨੂੰ ਖੁਸ਼ ਕਰਨ ਵਾਸਤੇ ਹੁਣ ਜੰਗ ਦੇ ਵਿੱਚ ਜਾ ਕੇ ਅੜਦੇ ਹਾਂ ਲੜਦੇ ਹਾਂ, ਫਿਰ ਗੁਰੂ ਨੂੰ ਬੇਨਤੀ ਕਰਾਂਗੇ। ਅਤੇ ਇਹਨਾਂ ਨੇ ਪਾਤਸ਼ਾਹ ਦਾ ਮਗਰਾ ਕੀਤਾ ਅਤੇ ਪਿੱਛੇ ਆ ਰਿਹਾ ਲਸ਼ਕਰ ਵਜੀਦਾ ਲੈ ਕੇ ਆ ਰਿਹਾ। ਇਹ ਜਥਾ ਵਿਚਾਲੇ ਹੋ ਗਿਆ। ਇਹਨਾਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜੋ ਸਰੋਵਰ ਸਾਹਿਬ ਹੈ, ਇਹਨੂੰ ਖਿਦਰਾਣੇ ਦੀ ਢਾਬ ਕਹਿੰਦੇ ਸੀ, ਇਹਦੇ ਆਸੇ ਪਾਸੇ ਕਬਜ਼ਾ ਕਰ ਲਿਆ, ਮੋਰਚਾਬੰਦੀ ਕਰਤੀ। ਕਰੀਰਾਂ ਦੇ ਉੱਤੇ, ਮਲ੍ਹਿਆਂ ਉੱਤੇ, ਬੇਰੀਆਂ ਉੱਤੇ ਇਹਨਾਂ ਨੇ ਵੱਡੇ ਵੱਡੇ ਕੱਪੜੇ ਪਾ ਦਿੱਤੇ, ਚਾਦਰੇ ਆਦਿ। ਦੂਰੋਂ ਦੇਖਣ 'ਚ ਇਉਂ ਲੱਗਦਾ ਜਿਵੇਂ ਇੱਥੇ ਬਹੁਤ ਫੌਜ ਉਤਰੀ ਹੁੰਦੀ ਆ। ਔਰ ਵਜੀਦੇ ਨੂੰ ਆਪਣੇ ਵੱਲ ਖਿੱਚਣ ਵਾਸਤੇ ਇਹਨਾਂ ਨੇ ਆਕਾਸ਼ੀ ਫੈਰ ਵੀ ਕੀਤੇ। ਵਾਕਿਆ ਹੀ ਵਜੀਦਾ ਭੁਲੇਖਾ ਖਾ ਗਿਆ ਅਤੇ ਇਹਨਾਂ ਵੱਲ ਨੂੰ ਆ ਗਿਆ।
ਇਸ ਤਰ੍ਹਾਂ ਸਾਰੀ ਤਿਆਰੀ ਕਰਕੇ ਇਹ ਜਥਾ ਮਾਝੇ ਵਾਲਾ ਖੜਾ ਹੈ, ਉਡੀਕ ਰਿਹਾ ਦੁਸ਼ਮਣ ਨੂੰ, ਔਰ ਦੁਸ਼ਮਣ ਵੀ ਪਹੁੰਚ ਗਿਆ। ਹੁਣ ਅੱਗੇ ਇਹਨਾਂ ਦੀ ਕਿਵੇਂ ਜੰਗ ਹੁੰਦੀ ਹੈ ਇਹ ਅੱਜ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੋਹਰਾ ਤੇਰੇ ਭਾਈ ਤਿਆਰ ਹੋਏ ਕਰਕੇ ਸ਼ਤਰਨ ਹੱਥਨ ਤੀਰ ਉਰ ਧਰ ਕੇ। ਇਹੋ ਮਾਝੇ ਵਾਲੇ ਸਿੰਘਾਂ ਦਾ ਜਥਾ ਜਿਹੜਾ ਤਿਆਰ ਹੋ ਕੇ ਮੋਰਚਾ ਬੰਦੀ ਕਰਕੇ ਸਾਰੀ ਤਿਆਰੀ ਕਰਕੇ ਖੜ ਗਿਆ ਹੈ ਦੁਸ਼ਮਣ ਨੂੰ ਮਾਰਨ ਲਈ। ਬਿਗੜੀ ਬਾਤ ਸੁਧਾਰਨ ਹੀਤ ਸਿਮਰਤ ਸਤਿਗੁਰ ਭੈ ਸੁਚੇਤ। ਔਰ ਅੰਦਰੋਂ ਅੰਦਰੀ ਅਰਦਾਸਾਂ ਵੀ ਚੱਲ ਰਹੀਆਂ ਵੀ ਜਿਹੜਾ ਵਿਦਾਵਾ ਲਿਖਿਆ ਗਿਆ ਕਿਤੇ ਗੁਰੂ ਸਾਨੂੰ ਮਿਲ ਜਾਵੇ ਤੇ ਉਹ ਬਿਗੜੀ ਗੱਲ ਸੁਧਾਰ ਲਈਏ, ਉਹ ਵਿਦਾਵਾ ਖਤਮ ਹੋਵੇ ਜੀ। ਕਲਬ ਲਾਟ ਤੁਰ ਕਨ ਕੋ ਭਾਰੀ ਸੁਣ ਸੁਣ ਗਹਿ ਗਹਿ ਅਯੁੱਧ ਤਿਆਰੀ। ਕਲਬ ਲਾਟ ਦਾ ਹੁੰਦਾ ਰੌਲਾ ਰੱਪਾ। ਹੁਣ ਗੁਰੂ ਪਿਆਰੋ ਘੋੜਿਆਂ ਦੀਆਂ ਚਾਲਾਂ, ਬੰਦਿਆਂ ਦੀਆਂ ਚਾਲਾਂ, ਇਹੋ ਬੜਾ ਰੌਲਾ ਰੱਪਾ ਪੈਂਦਾ ਆ ਰਿਹਾ। ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਤੁਰ ਲਸ਼ਕਰ ਲੈ ਕੇ ਸ਼ਸਤਰ ਪਹਿਨ ਕੇ ਹੱਥ ਵਿੱਚ ਫੜ ਕੇ ਇਹ ਵੀ ਆ ਗਏ ਜੀ। ਕੋ ਤਿਆਗਨ ਲਗੇ ਤੁਪੰਗ ਸੁਨ ਰਿਪ ਆਏ ਕਰੀ ਜਿਮ ਜੰਗ। ਔਰ ਇਧਰ ਭਾਈ ਮਹਾ ਸਿੰਘ ਦੇ ਜਥੇ ਨੇ ਇਹਨਾਂ ਮਾਝੇ ਵਾਲੇ ਸਿੰਘਾਂ ਨੇ ਜਾਣ ਬੁੱਝ ਕੇ ਆਕਾਸ਼ੀ ਫੈਰ ਕੀਤੇ ਕਿ ਦੁਸ਼ਮਣ ਸਾਡੇ ਵੱਲ ਆ ਜਾਵੇ। ਸੁਣੀ ਆਵਾਜ਼ ਪਠਾਨ ਵਜੀਦੇ ਕਹਿਓ ਕਿ ਗੁਰ ਡਿਗ ਆਨ ਰਸੀਦੇ। ਔਰ ਆਪਣੇ ਲਸ਼ਕਰ ਨੂੰ ਕਹਿਣ ਲੱਗਿਆ ਦੁਸ਼ਮਣ ਵਜੀਦਾ ਕਹਿੰਦਾ ਆਪਾਂ ਗੁਰੂ ਦੇ ਨੇੜੇ ਪਹੁੰਚ ਗਏ ਹਾਂ। ਆਵਾਜ਼ ਸੁਣਾਈ ਦੀਤ ਥਿਰਿਓ ਨਿਕਟ ਮੰਡੇ ਰਣ ਖੀਤ। ਆ ਲੱਗਦਾ ਇਸ ਪਾਸਿਓਂ ਬੰਦੂਕਾਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਉਹ ਵੀ ਜੰਗ ਕਰਨ ਲਈ ਜੰਗ ਮੈਦਾਨ ਮੰਡ ਕੇ ਬੈਠਾ, ਭਾਵ ਮੋਰਚੇ ਬਣਾ ਕੇ ਬਹਿ ਗਿਆ ਹੈ ਜੀ। ਜਿਨ ਲਾਖੋ ਪਟ ਮਾਰੀ ਬੜੋ ਬਹਾਦਰ ਨਾਹੀ ਨਹਾਰੀ। ਔਰ ਇਹ ਗੁਰੂ ਗੋਬਿੰਦ ਸਿੰਘ ਹਾਰਦਾ ਨਹੀਂ, ਜਿਹਨੇ ਪਹਿਲਾਂ ਵੀ ਸਾਡੇ ਲੱਖਾਂ ਦੀ ਗਿਣਤੀ ਵਿੱਚ ਫੌਜ ਮਾਰ ਦਿੱਤੀ ਹੈ। ਜਵਾਦਾ ਬਮਣੀ ਕਰ ਕਰ ਤਿਆਰੀ ਕਾਲੋ ਹੀਲ ਪਰੋ ਇੱਕ ਵਾਰੀ। ਔਰ ਆਪਣੇ ਲਸ਼ਕਰ ਨੂੰ ਕਹਿੰਦਾ ਐਸਾ ਹਮਲਾ ਕਰੋ ਇੱਕਦਮ ਬੰਦੂਕਾਂ ਦੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਲੱਗੇ ਤੇ ਆਪਾਂ ਉਹਨਾਂ ਨੂੰ ਫੜ ਲਈਏ। ਸਭ ਲਸ਼ਕਰ ਕੋ ਦਿਓ ਸੁਨਾਏ ਕੀਨੀ ਤਿਆਰ ਤੁਪਕ ਸਮਦਾਏ। ਔਰ ਵਜੀਦੇ ਦਾ ਲਲਕਰਾ ਸਾਰੇ ਲਸ਼ਕਰ ਨੂੰ ਸੁਣ ਗਿਆ ਹੈ। ਇਹਨੇ ਉੱਚੀ ਕਿਹਾ, ਗਾਹਾਂ ਦੀ ਗਾਹਾਂ ਕਿਹਾ, ਪਿੱਛੇ ਕਹਿ ਦਿਓ, ਪਿੱਛੇ ਕਹਿ ਦਿਓ। ਸਾਰਿਆਂ ਨੇ ਇੱਕ ਦੂਜੇ ਨੂੰ ਕਹਿਤਾ ਵਜੀਦੇ ਦਾ ਹੁਕਮ ਹੈ ਬੰਦੂਕਾਂ ਫੜ ਲਓ, ਗੋਲੀਆਂ ਭਰ ਲਓ, ਤਿਆਰੀ ਕਰ ਦਿਓ। ਜਾਤਕ ਪੂਰਾ ਜਿਨ ਕੀ ਸਾਥ ਆਈ ਬਤਾਵਤ ਗੁਰ ਕੀ ਗਾਥ। ਔਰ ਇਹ ਹੁਣ ਤੁਹਾਨੂੰ ਪਤਾ ਵੀ ਇਹ ਸਰਕਾਰੀ ਬੰਦਾ ਵੀ ਸੀਗਾ, ਚੌਧਰੀ ਸੀ ਜਾਟਕ ਪੂਰਾ। ਔਰ ਸਤਿਗੁਰਾਂ ਨੂੰ ਇਹਨੇ ਜਵਾਬ ਦੇ ਦਿੱਤਾ ਕੋਠੀ ਤੋਂ। ਤੇ ਪਰ ਜਦ ਇਸ ਦੇ ਘਰ ਕੋਲੋਂ ਇਹ ਲਸ਼ਕਰ ਲੰਘਿਆ ਤੇ ਇਹਨਾਂ ਨੇ ਇਸੇ ਨੂੰ ਸੱਦ ਲਿਆ। ਕਹਿੰਦੇ ਵੀ ਸਾਨੂੰ ਦੱਸ ਗੁਰੂ ਕਿੱਧਰ ਨੂੰ ਗਿਆ। ਸੌਖਾ ਨਹੀਂ ਆਇਆ ਹੋਣਾ, ਇਹ ਬੰਦੂਕ ਦੇ ਨਾਲ ਇਹਨੂੰ ਅੱਗੇ ਲਾ ਕੇ ਲਿਆਏ ਹੋਣਗੇ। ਇਸ ਕਰਕੇ ਅੱਗੇ ਅੱਗੇ ਜੱਟ ਕਪੂਰਾ ਜਿਹੜਾ ਹੈ, ਕੋਟ ਕਪੂਰੇ ਵਾਲਾ ਮਾਲਕ, ਇਹ ਨਾਲ ਨਾਲ ਦੱਸਦਾ ਆ ਰਿਹਾ ਹੈ ਜੀ। ਜੈ ਜੈ ਕਰ ਡੇਰਾ ਚੜਿਆਈ ਆਵਤ ਸਗਰੇ ਚਿੰਨ ਦਿਖਾਏ। ਜਿੱਥੇ ਜਿੱਥੇ ਰਸਤੇ ਵਿੱਚ ਸਤਿਗੁਰੂ ਰੁਕੇ ਉਹ ਨਿਸ਼ਾਨੀਆਂ ਵੇਖਦੇ ਆ ਰਹੇ ਹਨ। ਪਿਕ ਪਿਕ ਖੋਜ ਆਵਤੀ ਦੌਰੇ ਤੁਰੰਗ ਤਵਾਏ ਪਾਵਤੇ ਰੋਰੇ। ਖੋਜ ਦਾ ਮਤਲਬ ਇੱਥੇ ਆ ਪੈੜਾਂ, ਘੋੜਿਆਂ ਦੀਆਂ ਪੈੜਾਂ, ਸਿੰਘਾਂ ਦੀਆਂ ਪੈੜਾਂ ਦੇਖਦੇ ਹੋਏ ਗੁਰੂ ਪਿਆਰਿਓ ਵਜੀਦੇ ਦਾ ਲਸ਼ਕਰ ਸਤਿਗੁਰਾਂ ਦੇ ਸਿੰਘਾਂ ਦੀ ਪੈੜ ਦਬਦਾ ਆ ਰਿਹਾ ਹੈ। ਆਏ ਨੀਰ ਪਾਇਓ ਖਿਦਰਾਣੇ ਦੇਖੇ ਬਸਤਰ ਸੋ ਤੰਬੂ ਜਾਣੇ। ਇਉਂ ਚਲੋ ਚਾਲ ਖਿਦਰਾਣੇ ਦੀ ਢਾਬ ਦੇ ਨੇੜੇ ਪਹੁੰਚ ਗਏ। ਔਰ ਜਿਹੜੇ ਸਿੰਘਾਂ ਨੇ ਗੁਰੂ ਪਿਆਰਿਓ ਜੰਗ ਦਾ ਇੱਕ ਜੁਗਤ ਵਰਤੀ ਸੀ, ਦਾਮ ਸਾਮ ਦੰਡ ਭੇਦ, ਇਹ ਚਾਰਾਂ ਦੇ ਵਿੱਚੋਂ ਇੱਕ ਜੁਗਤ ਹੈ। ਤਾਂ ਇਸ ਤਰ੍ਹਾਂ ਦੁਸ਼ਮਣ ਨੂੰ ਇਹ ਤਸੱਲੀ ਕਰਵਾ ਦਿੱਤੀ ਹੈ, ਇਹ ਭੁਲੇਖਾ ਪਾ ਦਿੱਤਾ ਹੈ। ਮਲਿਆਂ ਕਰੀਰਾਂ ਤੇ ਪਈਆਂ ਚਾਦਰਾਂ ਨੂੰ ਦੇਖ ਕੇ ਉਹਨਾਂ ਨੂੰ ਤੰਬੂ ਲੱਗਦੇ ਹੈ। ਇਉਂ ਲੱਗਦਾ ਵੀ ਇੱਥੇ ਤਾਂ ਕਾਫੀ ਚਿਰ ਤੋਂ ਇੱਥੇ ਉਤਰੇ ਆ ਸਤਿਗੁਰੂ, ਤੇ ਇਹਨਾਂ ਨੇ ਤਾਂ ਤੰਬੂ ਵੀ ਲਾ ਲਏ। ਛੋਟਨ ਲੱਗੀ ਤੋਂ ਦਿਸ ਤੇ ਗੋਰੀ ਪਰਿਓ ਰੁਰ ਪੋ ਲਸ਼ਕਰ ਛੋਰੀ। ਇਉਂ ਜਦੋਂ ਨੇੜੇ ਪਹੁੰਚ ਗਿਆ ਇਹਦਾ ਲਸ਼ਕਰ, ਹੁਣ ਗੁਰੂ ਕੀਆਂ ਫੌਜਾਂ ਨੇ ਆਪਣੀ ਮੋਰਚਾ ਬੰਦੀ ਜਿਹੜੀ ਹੈ ਉਹਨਾਂ ਦਰਖਤਾਂ ਦੇ ਨਾਲ ਕਰ ਲਈ ਹੈ। ਹਾਂ,
ਆਪਣਾ ਬੇਰੀਆਂ ਦੇ ਓਹਲੇ, ਮਲ੍ਹਿਆਂ ਦੇ ਓਹਲੇ, ਕਰੀਰਾਂ ਦੇ ਓਹਲੇ ਖੜ ਕੇ ਸਿੰਘ ਆਪਣੇ ਆਪ ਨੂੰ ਬਚਾਉਂਦੇ ਹੋਏ ਇਹਨਾਂ ਤੇ ਗੋਲੀਆਂ ਚਲਾਉਣ ਲੱਗੇ ਤੇ ਦੁਸ਼ਮਣ ਦਾ ਲਸ਼ਕਰ ਵੀ ਗੋਲੀਆਂ ਚਲਾਉਣ ਲੱਗਿਆ ਹੈ ਜੀ। ਕਰ ਹਮਲਾ ਗਨ ਤੁਰਕ ਮਿਲ ਤਾਈ ਪਰੇ ਕਰ ਸ਼ੂਰ। ਔਰ ਤੁਰਕਾਂ ਦੇ ਲਸ਼ਕਰ ਨੇ, ਤੁਰਕਾਂ ਦੇ ਸਮੂਹ ਨੇ ਇੱਕਦਮ ਰੌਲਾ ਪਾ ਕੇ ਐਲੀ ਐਲੀ ਦੇ ਨਾਅਰੇ ਚਲਾਉਂਦੇ ਹੋਏ ਮੁਸਲਮਾਨੀ ਮਤ ਮੁਤਾਬਕ ਸ਼ੋਰ ਮਚਾਉਂਦੇ ਹੋਏ ਪੈ ਗਏ। ਛੋਟੀ ਸਿੰਘਣ ਤੇ ਛਲਕ ਲਗ ਗੋਰੀ ਮੁਖ ਥੋਰ। ਤੇ ਉਧਰੋਂ ਗੁਰੂ ਪਿਆਰਿਓ ਸਿੰਘਾਂ ਦੀਆਂ ਜਿਹੜੀਆਂ ਹਨ ਉਹ ਗੋਲੀਆਂ ਜਿਹੜੀਆਂ ਚੱਲ ਰਹੀਆਂ ਹਨ ਤੇ ਸਿੰਘਾਂ ਦੀਆਂ ਗੋਲੀਆਂ ਨੇ ਇਸ ਚੜ੍ਹ ਕੇ ਆਏ ਲਸ਼ਕਰ ਨੂੰ ਐਸੀ ਵਾਛੜ ਕੀਤੀ ਗੋਲੀਆਂ ਦੀ, ਇਹਨਾਂ ਦੇ ਮੂੰਹ ਭੰਨ ਦਿੱਤੇ। ਜੰਗ ਛੰਦ ਤੁਫੰਗੇ ਚਲੀ ਤੇ ਪਿਓ ਨਾਦ ਪਾਰਾ। ਸੁਨਿਓ ਸ਼ੋਰ ਮੈਂ ਗੁਰੂ ਕੋ ਪਤਾਰਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਹਮਣੇ ਟਿੱਬੀ ਸਾਹਿਬ ਤੇ ਖੜ ਕੇ ਦੇਖ ਰਹੇ ਹਨ। ਜਦੋਂ ਇਹ ਬੰਦੂਕਾਂ ਚੱਲੀਆਂ ਗੁਰੂ ਪਿਆਰਿਓ ਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਰੋਸ ਜੋਸ਼ ਗੁੱਸਾ ਆਇਆ। ਖਰੇ ਹੋਏ ਟਿੱਬੀ ਹੁੰਦੇ ਇੱਕ ਤਾਹੀ ਤਜੇ ਤੀਰ ਤੀਖੇ ਲੱਗੇ ਸੈਨ ਮਾਹੀ। ਔਰ ਸਤਿਗੁਰਾਂ ਨੇ ਉੱਥੋਂ ਨਿਸ਼ਾਨਾ ਵਿੰਨ ਕੇ ਤਿੱਖੇ ਤੀਰ ਛੱਡਣੇ ਉੱਚੇ ਥਾਂ ਤੋਂ ਸ਼ੁਰੂ ਕੀਤੇ, ਜਿਸ ਦੇ ਨਾਲ ਬਹੁਤ ਸਾਰੇ ਦੁਸ਼ਮਣ ਬਿੰਨੇ ਜਾਣ ਲੱਗੇ। ਤੇ 1 2 3 4 5 ਲੱਗੇ ਪਾਰ ਸੂਕੋ ਨਹੀਂ ਪ੍ਰਾਨ ਬਾਚੇ। ਹੁਣ ਇਹ ਲਸ਼ਕਰ ਹੈ, ਇਕੱਠ ਬਹੁਤਾ ਹੈ। ਗੁਰੂ ਕੀਆਂ ਫੌਜਾਂ ਦੀ ਜੁਗਤ ਹੈ ਕਿ ਉਹ ਦੂਰ ਦੂਰ ਹੋ ਕੇ ਇਕੱਲੇ ਇਕੱਲੇ ਲੜਦੇ ਆ, ਪਰ ਇਹ ਇਕੱਠੇ ਹੋ ਕੇ ਲੜਦੇ ਟਿੱਡੀ ਦਲ ਵਾਂਗੂ। ਤੇ ਜਦੋਂ ਇਕੱਠੇ ਹੋ ਕੇ ਚੱਲਣਗੇ ਤੇ ਫਿਰ ਸਿੰਘਾਂ ਦੀ ਜਾਂ ਗੁਰੂ ਸਾਹਿਬ ਦਾ ਕੋਈ ਵੀ ਤੀਰ ਆਲਾ ਨਹੀਂ ਜਾਂਦਾ। ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਦਾ ਤੀਰ ਆਉਂਦਾ ਹੈ ਤੇ ਜਿੰਨੇ ਉਸ ਤੀਰ ਦੇ ਰਸਤੇ 'ਚ ਆ ਜਾਂਦੇ ਆ 1 2 4 5 ਉਹਨਾਂ ਸਾਰਿਆਂ ਦੇ ਵਿੱਚੋਂ ਦੀ ਲੰਘਦਾ ਜਾਂਦਾ ਜੀ। ਚੜੇ ਬੇਗ ਤੇ ਦੀ ਉੱਠੇ ਸੁਕਾਟੇ ਦੜਾ ਦਾੜ ਕੇਰੇ ਮਨੋ ਬ੍ਰਿਛ ਕਾਟੇ। ਔਰ ਇਉਂ ਸਤਿਗੁਰਾਂ ਦਾ ਤੀਰ ਜਿਹੜਾ ਹੈ ਬੜੀ, ਕਿਉਂਕਿ ਉਹਨੂੰ ਖਿੱਚਣ ਤੇ ਜ਼ੋਰ ਕਿੰਨਾ ਲਾਇਆ, ਸਤਿਗੁਰੂ ਦੀ ਤਾਕਤ ਕਿੰਨੀ ਆ। ਤੇ ਸਤਿਗੁਰਾਂ ਜਿਹੜਾ ਕਮਾਨ ਹੈ ਉਹ ਵੀ 9 ਟੰਕ ਦਾ ਹੈ। ਜਿੰਨਾ ਗੁਰੂ ਪਿਆਰੋ ਤਕੜਾ ਕਮਾਨ ਹੋਵੇਗਾ, ਜ਼ਿਆਦਾ ਫੱਟੀ ਖਿੱਚੀ ਜਾਵੇਗੀ, ਓਨੀ ਤੇਜ਼ੀ ਨਾਲ ਵਾਪਸ ਜਾਵੇਗੀ ਉਹ ਫੱਟੀ, ਤੇ ਤੀਰ ਦੀ ਓਦੀ ਹੀ ਰਫ਼ਤਾਰ ਜ਼ਿਆਦਾ ਬਣੇਗੀ। ਤੇ ਜਿੰਨੀ ਤੀਰ ਦੀ ਰਫ਼ਤਾਰ ਹੋਵੇਗੀ ਉਹਨੂੰ ਫਿਰ ਰੋਕਣ ਵਾਸਤੇ 1 2 ਸਰੀਰਾਂ ਨਾਲ ਨਹੀਂ ਗੱਲ ਬਣਨੀ, 5 7 ਸਰੀਰਾਂ ਵਿੱਚੋਂ ਦੀ ਵੀ ਤੀਰ ਪਾਰ ਹੋ ਜਾਂਦਾ ਹੈ। ਔਰ ਛਕਾਟੇ ਪੈਣ ਲੱਗੇ ਤੀਰਾਂ ਦੇ ਨਾਲ, ਸ਼ੁਕ ਦੇ ਤੀਰ ਆਉਣ ਲੱਗੇ ਤੇ ਜਿਹੜੇ ਦੁਸ਼ਮਣ ਦੇ ਫੌਜੀ ਸੀ, ਲਸ਼ਕਰ ਸੀ ਜਿਹੜਾ, ਉਹ ਘੋੜਿਆਂ ਤੋਂ ਆਏ ਡਿੱਗਣ ਲੱਗਿਆ ਜਿਵੇਂ ਗੁਰੂ ਪਿਆਰੋ ਦਾੜ ਦਾੜ ਕਰਕੇ ਦਰਖਤਾਂ ਦੇ ਡਾਹਣੇ ਡਿੱਗਦੇ ਹੋਣ। ਕਰੀ ਬ੍ਰਿੰਦ ਬੇਰੀ ਤੇਰੇ ਸਿੰਘ ਮਾਹੀ ਤਜੇ ਤੀਰ ਗੋਰੀ ਲੱਗੇ ਤੰਗ ਆਹੀ। ਔਰ ਗੁਰੂ ਕੀਆਂ ਫੌਜਾਂ ਨੇ ਦਰਖਤਾਂ ਦਾ ਓਟਾ ਲੈ ਕੇ ਦਰਖਤਾਂ ਦੀ ਮੋਰਚਾ ਬੰਦੀ ਕਰਕੇ ਗੋਲੀਆਂ ਛੱਡਣੀਆਂ ਨੇੜਿਓਂ ਔਰ ਦੁਸ਼ਮਣ ਨੂੰ ਫੁੰਡਣਾ। ਕਰੇ ਇੱਕ ਬਾਰੀ ਕਨੋ ਕਾਲ ਹੀਲਾ ਚਾਹੇ ਬ੍ਰਿੰਦ ਸ਼ਤਰੂ ਕਰੇ ਰੀਲ ਪੀਲਾ। ਦੁਸ਼ਮਣ ਨੇ ਬਿਉਂਤ ਬਣਾਈ ਸੀ ਇਕੱਠੇ ਹਮਲਾ ਕਰਾਂਗੇ, ਫਿਰ ਫੜ ਲਵਾਂਗੇ, ਥੋੜੇ ਜਿਹੇ ਤਾਂ ਹੋਣਗੇ। ਇਸ ਕਰਕੇ ਇਹ ਇੱਕ ਦੂਜੇ ਦੇ ਨਾਲ ਜੁੜੇ ਹੋਏ ਇਕੱਠੇ ਆ ਕੇ ਹਮਲਾ ਕਰਨਾ ਚਾਹੁੰਦੇ ਆ। ਪਰ ਗੁਰੂ ਕੀਆਂ ਫੌਜਾਂ ਮਾਝੇ ਵਾਲੀਆਂ ਇਹਨਾਂ ਦੀਆਂ ਗੋਲੀਆਂ ਨੇੜੋਂ ਵੱਜ ਰਹੀਆਂ ਤੇ ਗੁਰੂ ਸਾਹਿਬ ਦਾ ਉਤਲੀ ਟਿੱਬੀ ਤੋਂ ਤੀਰ ਆ ਰਿਹਾ ਹੈ। ਇਉਂ ਦੁਸ਼ਮਣ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਣ ਲੱਗਿਆ। ਜਾਬੇ ਤਾਲ ਕੇ ਤੀਰ ਪੈ ਅਨ ਟੂਕੇ ਨੀਚੇ ਮਾਰ ਤੋਰੇ ਇਮਗ ਉੱਚ ਕੂਕੇ। ਔਰ ਗੁਰੂ ਪਿਆਰੂ ਅਖੀਰ ਇਹ ਚਲਦੇ ਚਲਦੇ ਢਾਬ ਦੇ ਨੇੜੇ ਆ ਗਏ ਹਨ, ਜੋ ਹੁਣ ਸ੍ਰੀ ਸਰੋਵਰ ਸਾਹਿਬ ਹੈ, ਸ੍ਰੀ ਮੁਕਤਸਰ ਸਾਹਿਬ ਦਾ। ਇਸ ਢਾਬ ਦੇ ਨੇੜੇ ਆ ਗਏ ਤੇ ਕੁਝ ਇਹਨਾਂ ਦੇ ਨਿਸ਼ਾਨੇ ਵੀ ਹੁਣ ਸਿੰਘਾਂ ਨੂੰ ਲੱਗਣ ਲੱਗੇ। ਤਵੇ ਸਿੰਘ ਸੂਰਾ ਮਹਾਰੋਸ ਪੂਰਾ ਤਜਿਓ ਥਾਨ ਨਰਮੀ ਗਜਿਓ ਨਾਦ ਪੂਰਾ। ਔਰ ਗੁਰੂ ਕੀਆਂ ਫੌਜਾਂ ਨੂੰ ਵੀ ਜੋਸ਼ ਆ ਗਿਆ, ਜੱਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਹੁਣ ਇਹ ਸੂਰਮੇ ਜਿਹੜੇ ਮਾਝੇ ਵਾਲੇ ਹਨ ਵਿਚਾਲੇ ਖੜੇ, ਇਹਨਾਂ ਨੂੰ ਵੀ ਜੋਸ਼ ਆਇਆ, ਗੁੱਸਾ ਆਇਆ, ਰੋਸ ਆਇਆ। ਔਰ ਇਹਨਾਂ ਨੇ ਗੁਰੂ ਪਿਆਰਿਓ ਉਸੇ ਵੇਲੇ ਲਲਕਰਾ ਮਾਰਿਆ, ਮਾਰ ਲਓ, ਫੜ ਲਓ ਇਹਨਾਂ ਨੂੰ, ਤੇ ਨਾਲੇ ਨੇੜੇ ਹੋ ਕੇ ਆਪਣੇ ਸ਼ਸਤਰ ਚਲਾਉਣ ਲੱਗੇ। ਜੀਉ ਖੈਚ ਖੰਡਾ ਪ੍ਰਚੰਡੇ ਕਮੰਡਾ ਕਰੇ ਖੰਡ ਖੰਡੰ ਅਖੰਡੰ ਓ ਮੰਡਾ। ਹੁਣ ਨੇੜੇ ਆ ਗਏ ਆ, ਹੁਣ ਬੰਦੂਕ ਦਾ ਫੌ ਨਹੀਂ ਪੈਂਦਾ, ਬੰਦੂਕਾਂ ਰੱਖ ਦਿੱਤੀਆਂ ਹਨ ਅਤੇ ਤਲਵਾਰਾਂ ਖੰਡੇ ਖਿੱਚ ਲਏ ਔਰ ਦੁਸ਼ਮਣ ਦੇ ਟੋਟੇ ਟੋਟੇ
ਕਰਨ ਲੱਗੇ ਜੀ। ਮਹਾਜੁਧ ਮੋਡਿਓ ਕਰਿਓ ਦਰ ਤੁੰਡਨ ਜਿਸੇ ਹੀਰ ਬੇਰੀ ਕਿਉ ਰੰਗ ਪੰਡਨ। ਔਰ ਗੁਰੂ ਪਿਆਰਿਓ ਸਿੰਘਾਂ ਦੇ ਚਿਹਰੇ ਲਾਲ ਹੋ ਗਏ ਜੋਸ਼ ਵਿੱਚ। ਜੰਗ ਦੇ ਮੈਦਾਨ ਨੂੰ ਮੰਡ ਕਰਕੇ ਇਹ ਸ਼ਸਤਰ ਚਲਾਉਣ ਲੱਗੇ। ਇਹਨਾਂ ਦੇ ਚਿਹਰੇ ਲਾਲ ਹੋ ਗਏ ਤੇ ਦੁਸ਼ਮਣ ਦੇ ਚਿਹਰੇ ਪੀਲੇ ਪੈ ਗਏ। ਪੰਜ ਹਾਥਨ ਪੈ ਸ਼ੀਰ ਤਾਵੈ ਨਿਰਭੈ ਵੀਰ ਬਾਗੋ ਤਥਾ ਘਾਵ ਆਵੈ। ਔਰ ਜਿਵੇਂ ਗੁਰੂ ਪਿਆਰਿਓ ਹਾਥੀਆਂ ਦੇ ਝੁੰਡ ਉੱਤੇ ਇੱਕੋ ਹੀ ਸ਼ੇਰ ਹਮਲਾ ਕਰਦਾ ਤੇ ਸਾਰੇ ਹਾਥੀਆਂ ਨੂੰ ਭਾਜਣਾ ਪੈ ਜਾਂਦੀਆਂ, ਕਿਉਂਕਿ ਹਾਥੀ ਜਿਹੜਾ ਹੈ ਇਹ ਪੀੜ ਨਹੀਂ ਝੱਲਦਾ ਗਾ। ਜੇ ਇਹਦੇ ਸੁੰਡ ਵਿੱਚ ਕੀੜੀ ਵੀ ਦੰਦੀ ਵੱਢ ਦੇਵੇ ਨਾ ਵਿੱਚ ਵੜ ਕੇ, ਬਾਹਰ ਤਾਂ ਵੱਢੀ ਨਹੀਂ ਜਾਂਦੀ, ਅੰਦਰੋਂ ਮਾਸ ਨਰਮ ਹੁੰਦਾ ਤੇ ਜੇ ਇਹਦੇ ਅੰਦਰ ਸੰਡ ਦੇ ਕੀੜੀ ਵੜ ਜਾਵੇ ਤਾਂ ਵੀ ਚੀਕਾ ਛੱਡ ਦਿੰਦਾ। ਜਿਵੇਂ ਕਹਿੰਦੇ ਹਾਥੀਆਂ ਦੇ ਝੁੰਡ ਉੱਤੇ ਕੋਈ ਸ਼ੇਰ ਹਮਲਾ ਕਰ ਦੇਵੇ, ਇੱਦਾਂ ਇਹ ਗੁਰੂ ਕੇ ਸ਼ੇਰ ਬੱਬਰ ਸ਼ੇਰ ਦੁਸ਼ਮਣ ਦੇ ਲਸ਼ਕਰ ਤੇ ਹਮਲਾ ਕਰਨ ਲੱਗੇ। ਹਰਿਓ ਸਿੰਘ ਏਕੋ ਕਨਕ ਸ਼ਤਰੂ ਮਾਹੀ ਕਰਾ ਚੁਲ ਬਾਹੇ ਮਿਟੇ ਪੈਰ ਨਾਹੀ। ਹੁਣ ਸਿੰਘ ਅੱਗੇ ਵਧਦੇ ਆ, ਮੋਰਚਾ ਛੱਡ ਕੇ ਦੁਸ਼ਮਣ ਦੇ ਲਸ਼ਕਰ ਵਿੱਚ ਵੜਦੇ ਆ ਤੇ ਅੰਨ੍ਹੇਵਾਹ ਫਿਰ ਬੜੀ ਤੇਜ਼ੀ ਦੇ ਨਾਲ ਤਲਵਾਰ ਖੰਡਾ ਚੱਲਦਾ ਹੈ। ਕੀਤੇ ਵਾਰ ਗੇਰੇ ਗੁਰੂ ਔਜ ਪਾਏ ਤਬੇ ਦੇਖ ਕੇ ਬ੍ਰਿੰਦ ਸ਼ਤਰੂ ਰਿਸਾਏ। ਇੱਕ ਇੱਕ ਸਿੰਘ ਇਹਨਾਂ ਦੇ ਕਈ ਮੁਗਲਾਂ ਨੂੰ ਵੱਢ ਕੇ ਸਿੱਟੀ ਜਾਂਦਾ ਹੈ। ਗੁਰੂ ਦੀ ਕਿਰਪਾ ਸਦਕਾ, ਗੁਰੂ ਦੀ ਓਜ, ਗੁਰੂ ਦੀ ਤਾਕਤ ਨਾਲ। ਤੇ ਦੁਸ਼ਮਣ ਦੇਖ ਕੇ ਗੁੱਸੇ ਚ ਆਇਆ ਹੈ। ਚਾਹੋਂ ਕੋਦ ਘੇਰਿਓ ਕਿਰਪਾਨਿ ਓਕਾਰੇ ਛਕਿਓ ਛੋਭ ਛਤਰੀ ਸੋ ਛਾਲਨ ਉਚਾਰੇ। ਔਰ ਦੁਸ਼ਮਣ ਨੇ ਵੀ ਹੁਣ ਤਲਵਾਰਾਂ ਕੱਢ ਲਈਆਂ ਹਨ ਔਰ ਸਿੰਘਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਬਲ ਚੰਦ ਚਾਹੋਂ ਔਰ ਮਾਰੇ ਬੜੀ ਸ਼ੀਘਰ ਧਾਰੇ। ਔਰ ਚਾਰੇ ਪਾਸੇ ਹੁਣ ਗੁਰੂ ਪਿਆਰਿਓ ਬੜਾ ਕਮਸਾਨ ਦਾ ਯੁੱਧ ਸ਼ੁਰੂ ਹੋ ਗਿਆ, ਹੱਥੋਂ ਹੱਥੀ ਦਾ, ਤਲਵਾਰਾਂ ਦੇ ਨਾਲ, ਨੇਜਿਆਂ ਦੇ ਨਾਲ, ਬਰਸ਼ਿਆਂ ਦੇ ਨਾਲ, ਖੰਡਿਆਂ ਦੇ ਨਾਲ। ਕਹਿੰਦੇ ਚਾਹੋਂ ਔਰ ਮਾਰੇ, ਚਾਰੇ ਪਾਸੇ ਮਾਰੋ ਮਾਰ ਹੋਣ ਲੱਗੀ ਬੜੀ ਤੇਜ਼ੀ ਦੇ ਨਾਲ। ਲੱਥੀ ਖਿਲਾਰੀ ਕਰੇ ਕੇ ਵਪਾਰੀ। ਔਰ ਭਲੱਥਾ ਕਹਿੰਦੇ ਆ ਗੱਤਕੇ ਨੂੰ, ਭਲੱਥਾ ਵੀ ਕਹਿੰਦੇ ਆ, ਮਾਲਵੇ ਜੇ ਭਲੱਥਾ ਕਹਿੰਦੇ ਆ। ਕਹਿੰਦੇ ਐਸੀ ਗੱਤਕੇ ਵਾਰੀ ਸਿੰਘਾਂ ਨੇ ਕੀਤੀ ਭਲੱਥੇ ਦੇ ਨਾਲ ਸ਼ਸਤਰ ਚਲਾ ਕਰਕੇ ਕਿ ਦੁਸ਼ਮਣ ਦੇ ਟੋਟੇ ਕਰਕੇ ਖੰਡਿਆ ਦਿੱਤੇ ਜੀ। ਖਾਵ ਖੈ ਕੈ ਸੋ ਸ਼ਰਮ ਬਹਿ ਗੈ। ਔਰ ਗੁਰੂ ਪਿਆਰਿਓ ਦੁਸ਼ਮਣ ਵੀ ਘੱਟ ਨਹੀਂ ਹੈ, ਉਹ ਵੀ ਸ਼ਸਤਰ ਚਲਾਉਂਦਾ ਹੈ ਔਰ ਦੁਸ਼ਮਣ ਦੇ ਬੇਅੰਤ ਫੌਜਾਂ ਨੂੰ ਮਾਰ ਕੇ ਸਿੰਘ ਵੀ ਜ਼ਖਮੀ ਹੋਣ ਲੱਗੇ। ਭਇਓ ਲਾਲ ਰੰਗਨ ਸੋ ਚੀਰਨ ਸੋ ਰੰਗਨ। ਔਰ ਕੱਪੜੇ ਜਿਹੜੇ ਹਨ ਉਹ ਵੀ ਖੂਨ ਦੇ ਨਾਲ ਲਾਲ ਹੋਣ ਲੱਗੇ, ਸ਼ਸਤਰ ਵੀ ਲਾਲ ਹੋ ਗਏ। ਮੁਖਨ ਮੁੱਛ ਬਾਂਕੀ ਬਲੋਕੇ ਆਤੰਕੀ। ਪਰ ਬਾਂਕੀਆਂ ਮੁੱਛਾਂ ਵਾਲੇ, ਖੜੀਆਂ ਮੁੱਛਾਂ ਵਾਲੇ, ਜੋਧੇ ਮਾਝੇ ਵਾਲੇ ਗੁਰੂ ਪਿਆਰਿਓ, ਮੁਖੜੇ ਤੇ ਬਾਂਕੀਆਂ ਸੁੰਦਰ ਮੁੱਛਾਂ ਜਿਨ੍ਹਾਂ ਨੂੰ ਵੇਖ ਕੇ ਡਰ ਆਉਂਦਾ ਸੀ। ਗੁਰੂ ਪਿਆਰਿਓ ਅੱਜ ਕੱਲ੍ਹ ਤਾਂ ਨਾਮ ਵੀ ਉਹੋ ਜਿਹੇ ਰੱਖਦੇ। ਪਹਿਲਾਂ ਜਿਹੜੇ ਸਿੰਘਾਂ ਦੇ ਨਾਮ ਹੁੰਦੇ ਸੀ ਨਾ, ਨਾਮ ਦੇ ਵਿੱਚ ਹੀ ਬੜੀ ਪਾਵਰ ਹੁੰਦੀ ਆ। ਅੱਜ ਕੱਲ੍ਹ ਤਾਂ ਬੱਬੂ ਸ਼ੱਬੂ ਨਾਮ ਰੱਖੀ ਜਾਂਦੇ ਆ। ਪਹਿਲਾਂ ਹੁੰਦਾ ਸੀ ਗੱਜਣ ਸਿਉ, ਖੜਕ ਸਿਉ, ਤੇ ਇਹਨਾਂ ਨਾਵਾਂ ਨੂੰ ਸੁਣ ਕੇ ਹੀ ਸ਼ੇਰ ਸਿੰਘ, ਕੈਸੇ ਨਾਮ ਹੁੰਦੇ ਸੀ। ਅੱਜ ਐਸੇ ਨਾਮ ਨਹੀਂ ਅਸੀਂ ਰੱਖਦੇਗੇ। ਔਰ ਜੇ ਰੱਖੇ ਵੀ ਸਿੰਘਾਂ ਦੇ ਨਾਮ, ਕਈ ਬੱਚਿਆਂ ਦੇ ਨਾਮ ਉਹੀ ਅੱਧੇ ਲੈਣੇ ਸ਼ੁਰੂ ਕਰਤੇ, ਆਪਾਂ ਸਿੰਘ ਨਾਲ ਕਹਿੰਦੇ ਹੀ ਨਹੀਂ। ਤੋ ਇਸ ਕਰਕੇ ਗੁਰੂ ਪਿਆਰਿਓ ਇਹ ਯੋਧੇ, ਇਹਨਾਂ ਦੇ ਨਾਮ ਵੀ ਐਸੀ ਚੜ੍ਹਦੀ ਕਲਾ ਦੇ ਤੇ ਇਹਨਾਂ ਦੇ ਚਿਹਰੇ ਵੀ ਜਿਹੜੇ ਸਨ ਉਹ ਬੱਬਰ ਸ਼ੇਰ ਦੀ ਨਿਆਈ। ਸ਼ੇਰ ਦਾ ਜਿਹੜਾ ਚਿਹਰਾ ਹੁੰਦਾ ਨਾ, ਇਹ ਸਿੰਘ ਵਰਗਾ ਹੁੰਦਾ। ਜਦੋਂ ਸਿੰਘ ਦੇ ਦਾੜਾ ਹੋਵੇ ਫੁੱਲ, ਮੁੱਛਾਂ ਮੁਸ਼ਹਿਰੇ ਹੋਣ ਵੱਡੇ, ਔਰ ਗੁਰੂ ਪਿਆਰਿਓ ਸਿਰ ਤੇ ਕੇਸ, ਤੇ ਫਿਰ ਗੁਰੂ ਪਿਆਰਿਓ ਸਿੰਘ ਦਾ ਦਾੜ ਜਿਹੜਾ ਸੁੰਦਰ ਸਰੂਪ ਹੈ ਨਾ, ਉਹ ਸ਼ੇਰ ਬੱਬਰ ਸ਼ੇਰ ਵਰਗਾ ਲੱਗਦਾ। ਇਸ ਕਰਕੇ ਭਾਈ ਸਾਹਿਬ ਇੱਥੇ ਸਿਫਤ ਕਰਦੇ ਆ, ਕਹਿੰਦੇ ਚੜ੍ਹਦੀ ਕਲਾ ਦੇ ਸਿੰਘ, ਵੱਡੇ ਵੱਡੇ ਚਿਹਰੇ, ਮਾਝੇ ਵਾਲੇ ਬੜੇ ਲੰਮੇ ਚੌੜੇ ਖੁੱਲੇ ਸਰੀਰ ਦੇ ਹੁੰਦੇ ਸੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਇਹਨਾਂ ਨੂੰ ਵੇਖ ਕੇ ਡਰ ਆਉਂਦਾ ਦੁਸ਼ਮਣ ਨੂੰ। ਕਾਨੇ ਕਾਵ ਕਾਈ ਹੰਗ ਤੇ ਗਿਰਾਈ। ਔਰ ਇਹਨਾਂ ਸਿੰਘਾਂ ਨੇ ਦੁਸ਼ਮਣ ਦੇ ਬੜੇ ਘਾਵ ਜ਼ਖਮ ਕੀਤੇ ਔਰ ਘੋੜਿਆਂ ਤੋਂ ਥੱਲੇ ਸਿੱਟ ਲਏ। ਚਲਾਕੀ ਦਿਖਾਵੈ ਨਹੀਂ ਦਾਵ ਕਾਵੈ। ਔਰ ਚਲਾਕੀ ਕਰਦੇ ਆ ਦੁਸ਼ਮਣ ਆਪਣੇ ਘੋੜੇ ਤੋਂ ਬਚਣ ਵਾਸਤੇ, ਬਚਾਉਣ ਵਾਸਤੇ, ਪਰ ਸਿੰਘਾਂ ਦਾ ਦਾਗ ਦਾ ਲੱਗ ਜਾਂਦਾ ਹੈ। ਬਹਿਓ ਚਾਹੇ ਲਹੂ ਰਿਤੇ ਸਿੰਘ ਰੋਹੂ। ਔਰ ਇਸ ਤਰ੍ਹਾਂ ਭਾਵੇਂ ਖੂਨ ਦੋਨੇ ਪਾਸੇ, ਕਿਉਂਕਿ ਸਿੰਘਾਂ ਦੇ ਵੀ ਸ਼ਸਤਰ ਲੱਗਦਾ ਹੈ, ਪਰ ਸ਼ਸਤਰ ਦੀ ਪੀੜ ਨਹੀਂ ਮੰਨ ਰਹੇ।
ਖੂਨ ਵਗੀ ਜਾਂਦਾ, ਫਿਰ ਵੀ ਸ਼ਸਤਰ ਚੱਲੀ ਜਾਂਦੇ ਆ। ਕਿਉ ਤਾਹੂ ਅੰਗਾ ਸਮੋਹੰਗ ਤੋ ਪੰਗਾ। ਔਰ ਸਿੰਘ ਜਿਹੜੇ ਹਨ ਗੁਰੂ ਪਿਆਰੋ ਦੁਸ਼ਮਣ ਦਾ ਨਿਸ਼ਾਨਾ ਬਿੰਨ ਕੇ ਕਿਧਰੇ ਬੰਦੂਕ ਚਲਾ ਦਿੰਦੇ ਆ। ਇਕ ਬਾਰ ਦਾਗੀ ਗਨਨ ਆਨ ਲਾਗੀ। ਇਹੋ ਸਿੰਘਾਂ ਨੇ ਰਲ ਕੇ ਕਦੇ ਬੰਦੂਕ ਨਾਲ ਕਦੇ ਤਲਵਾਰ ਨਾਲ ਜੰਗ ਕਰਨਾ ਸ਼ੁਰੂ ਕੀਤਾ ਹੈ ਜੀ। ਜਿਉ ਸਿੰਘ ਸੋ ਹੈ ਕੋਪਿਓ ਬੰਕ ਭੋ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਉਹ ਸਿੰਘ ਸਾਹਮਣੇ ਹੋ ਕੇ ਡਿੱਗ ਪਿਆ। ਇੱਕ ਸਿੰਘ ਦੇ ਉੱਤੇ ਦੁਸ਼ਮਣ ਨੇ ਹਮਲਾ ਕੀਤਾ। ਉਹ ਗੁਰੂ ਪਿਆਰਿਓ ਜਿਸ ਵੇਲੇ ਆਪਣੇ ਘੋੜੇ ਤੋਂ ਡਿੱਗ ਪਿਆ, ਸਭੇ ਵੀਰ ਮਾਰਾ ਕਰੀ ਜੰਗ ਭਾਰਾ। ਔਰ ਗੁੱਸੇ ਨਾਲ ਉਸਦੇ ਰੋਮ ਰੋਮ ਖੜੇ ਹੋ ਗਏ। ਘੋੜੇ ਤੋਂ ਡਿੱਗਿਆ, ਘੋੜੇ ਤੋਂ ਫਿਰ ਖੜਾ ਹੋ ਗਿਆ, ਥੱਲੇ ਉੱਠਿਆ ਤੇ ਗੁਰੂ ਪਿਆਰਿਓ ਫਿਰ ਦੁਬਾਰਾ ਉਹ ਸੂਰਬੀਰ ਜੰਗ ਕਰਨ ਲੱਗਿਆ। ਇਉਂ ਯੋਧਾ ਹਜ਼ਾਰਾਂ ਹੀ ਦੁਸ਼ਮਣ ਦੀਆਂ ਫੌਜਾਂ ਨੂੰ ਮਾਰ ਕੇ ਸ਼ਹੀਦੀਆਂ ਪਾਉਂਦਾ। ਤਬੇ ਸਿੰਘ ਔਰੇ ਭੰਨਿਓ ਜੰਗ ਠੋਰੈ। ਔਰ ਬਾਕੀ ਦੇ ਸਿੰਘ ਵੇਖੋ ਯੁਕਤੀ ਨਾਲ ਜੰਗ ਲੜਦੇ ਆ, ਕਿਉਂਕਿ ਜਿਹੜਾ ਸਿੰਘ ਸਾਹਮਣੇ ਆ ਜਾਂਦਾ ਦੁਸ਼ਮਣ ਉਹਦੇ ਵੱਲ ਹੋ ਜਾਂਦਾ। ਬਾਕੀ ਦੇ ਸਿੰਘ ਜਿਹੜੇ ਹਨ ਆਪਣੇ ਮੋਰਚਿਆਂ ਤੋਂ ਖੜੇ ਗੋਲੀਆਂ ਚਲਾਈ ਜਾਂਦੇ ਆ। ਦੁਸ਼ਮਣ ਜਿਹੜਾ ਸਾਹਮਣੇ ਬਾਹਰ ਆ ਗਿਆ ਸਿੰਘ ਉਹਦੇ ਨਾਲ ਲੜ ਪਏ, ਤੇ ਜਿਹੜਾ ਬਾਹਰ ਸਿੰਘ ਆਇਆ ਉਹ ਦੁਸ਼ਮਣ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ ਔਰ ਬੇਅੰਤ ਉਹ ਵੀ ਮਾਰ ਦਿੰਦਾ ਹੈ। ਤੇ ਦੂਜੇ ਜਿਹੜੇ 40 ਸਿੰਘ ਹਨ ਉਹਨਾਂ ਦੇ ਵਿੱਚੋਂ ਉਹਨਾਂ ਦਾ ਵੀ ਜ਼ੋਰ ਪੈ ਜਾਂਦਾ ਹੈ। ਉਧਰੋਂ ਮੇਰੇ ਪ੍ਰੀਤਮ ਟਿੱਬੀ ਸਾਹਿਬ ਤੋਂ ਖੜੇ ਜਦੋਂ ਦੁਸ਼ਮਣ ਦਾ ਜ਼ੋਰ ਪੈਂਦਾ ਹੈ ਤੇ ਉੱਤੋਂ ਤੀਰ ਚਲਾ ਦਿੰਦੇ ਹੈ, ਤੇ ਤੀਰ ਛੱਡ ਕਰਕੇ ਦੁਸ਼ਮਣ ਨੂੰ ਚੱਡੇ ਗਾਟੇ ਕਰ ਦਿੰਦੇ ਜੀ। ਹਰੇ ਖੰਡ ਹੈਵ ਕੈ ਪ੍ਰਿੰਗ ਪ੍ਰਾਨ ਕੈ ਕੈ। ਇਸ ਤਰ੍ਹਾਂ ਗੁਰੂ ਪਿਆਰਿਓ ਸਿੰਘ ਜਿਹੜੇ ਹਨ ਫਿਰ ਦੂਜਾ ਨਿਕਲ ਆਉਂਦਾ ਸਾਹਮਣੇ ਮੈਦਾਨ 'ਚ ਲਸ਼ਕਰ ਕੰਨੀ ਨੂੰ, ਤੇ ਫਿਰ ਸਾਹਮਣੇ ਖੜ ਕੇ ਲੜਦਾ ਹੈ। ਸਾਮੇ ਸੁਵਾਨ ਐਸੋ ਲਰੇ ਆਡ ਲੈਸੋ। ਔਰ ਇਸ ਸਮੇਂ ਜਿੱਥੇ ਉਹ ਸਿੰਘ ਬਾਹਰ ਆ ਕੇ ਲੜਦਾ ਹੈ, ਬਾਕੀ ਦੇ ਮੋਰਚੇ ਵਿੱਚ ਖੜ ਕੇ ਨਿਸ਼ਾਨੇ ਲਾਉਂਦੇ ਆ। ਅਜੋ ਜੀ ਸਕਾ ਨਾ ਕੀਜੇ ਆਤੰਕਾ। ਔਰ ਜਿਉਣ ਦਾ ਖਿਆਲ ਛੱਡ ਕੇ ਗੁਰੂ ਕੇ ਸਿੰਘ, ਕਿਉਂਕਿ ਜਿੰਨਾ ਚਿਰ ਬੰਦਾ ਮੌਤ ਤੋਂ ਡਰਦਾ ਉਹਨਾਂ ਚਿਰ ਕਿਸੇ ਨੂੰ ਮਾਰ ਨਹੀਂ ਸਕਦਾ। ਜਿਉ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ, ਗਲੀ ਮੋਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਜੇ ਤੈਨੂੰ ਸ਼ੌਂਕ ਹੈ ਨਾ ਮੇਰੇ ਘਰ ਵੱਲ ਆਉਣ ਦਾ, ਤੇ ਸਿਰ ਨੂੰ ਤਲੀ ਤੇ ਰੱਖ ਕੇ ਆਈ, ਭਾਵੇਂ ਸਮਝ ਕੇ ਆਈ ਕਿ ਮੈਂ ਮਰਿਆ ਹੋਇਆ ਹਾਂ। ਕਹੋ ਸਤਿਨਾਮ। ਮੌਤ ਨੂੰ ਮੁੱਖ ਰੱਖ ਕੇ ਆਈ। ਇੱਥੇ ਮੌਤ ਹੋਣੀ ਹੈ, ਇੱਥੇ ਕਿਸੇ ਨੇ ਪਲੋਸਣਾ ਨਹੀਂ ਹੈ। ਇਸ ਕਰਕੇ ਜੇ ਤੈਨੂੰ ਸ਼ੌਂਕ ਹੈ ਮੇਰੇ ਨਾਲ ਪਿਆਰ ਕਰਨ ਦਾ, ਜੇ ਤੈਨੂੰ ਗੁਰੂ ਨਾਲ ਸ਼ੌਂਕ ਹੈ ਨਾ, ਆ ਜਿਵੇਂ ਚੌਧਰੀ ਕਹਿੰਦੇ ਸੀ ਆਪਣੇ ਮਾਝੇ ਵਾਲੇ, ਕਹਿੰਦੇ ਜੀ ਤੁਸੀਂ ਜੰਗਾਂ ਛੱਡੋ ਫਿਰ ਤਾਂ ਸਿੱਖੀ ਨਿਭ ਸਕਦੀ ਆ। ਤੁਸੀਂ ਜੰਗਾਂ ਬੰਦ ਕਰੋ, ਅਸੀਂ ਜਿਹੜੇ ਆ ਜਾ ਕਰਕੇ ਸੰਧੀ ਕਰਾ ਦਿਆਂਗੇ, ਸਾਡੀ ਔਰੰਗਜ਼ੇਬ ਨਾਲ ਸਿੱਧੀ ਹੈ। ਪਾਤਸ਼ਾਹ ਕਹਿੰਦੇ ਮੈਨੂੰ ਇਹੋ ਜਿਹੀ ਸਿੱਖਾਂ ਦੀ ਲੋੜ ਨਹੀਂ, ਮੈਨੂੰ ਉਹ ਚਾਹੀਦੀ ਆ ਮਰਜੀ ਬੜੇ ਸਰੀਰ ਦੇ ਭਾਵੇਂ ਪਤਲੇ ਹੋਣ ਪਰ ਮਰਨ ਨੂੰ ਤਿਆਰ ਹੋਣ। ਭਾਈ ਬਚਿੱਤਰ ਸਿੰਘ ਵਰਗੇ, ਭਾਈ ਉਦੈ ਸਿੰਘ ਵਰਗੇ, ਭਾਈ ਜੈਤਾ ਜੀ ਵਰਗੇ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸ ਤਰ੍ਹਾਂ ਗੁਰੂ ਪਿਆਰੋ ਇੱਕ ਸਿੰਘ ਬਾਹਰ ਨਿਕਲਦਾ ਹੈ, ਦੁਸ਼ਮਣ ਦੇ ਵਿੱਚ ਆ ਕੇ ਤਰਥੱਲੀ ਮਚਾ ਦਿੰਦਾ ਹੈ। ਦੁਸ਼ਮਣ ਸਾਰੇ ਦਾ ਧਿਆਨ ਉਧਰ ਹੋ ਜਾਂਦਾ ਹੈ ਔਰ ਸੈਂਕੜੇ ਹਜ਼ਾਰਾਂ ਦੁਸ਼ਮਣ ਦੇ ਬੰਦਿਆਂ ਨੂੰ ਵੱਢਦਾ ਹੋਇਆ ਦੂਜਾ ਸਿੰਘ ਸ਼ਹੀਦੀ ਪਾ ਗਿਆ। ਗੁਰੂ ਕੋ ਸੰਭਾਰੋ ਪਰਲੋਕਨ ਸਧਾਰੇ। ਔਰ ਗੁਰੂ ਨੂੰ ਯਾਦ ਕਰਦੇ ਹੋਏ ਗੁਰੂ ਪਿਆਰਿਓ ਗੁਰੂ ਗੁਰੂ ਕਰਦੇ, ਪਰਮੇਸ਼ਰ ਨੂੰ ਯਾਦ ਕਰਦੇ, ਗੁਰੂ ਨੂੰ ਯਾਦ ਕਰਦੇ, ਗੁਰੂ ਦੇ ਧਿਆਨ ਵਿੱਚ ਮੁਖ ਤੇ ਹਰ ਚਿੱਤ ਮੈਂ ਜੁਧ ਵਿਚਾਰੈ, ਦੇਹ ਅਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ। ਇਸ ਤਰ੍ਹਾਂ ਦਾ ਗੁਰੂ ਪਿਆਰੋ ਜੀਵਨ ਸਿੰਘਾਂ ਦਾ ਬਣਿਆ ਹੋਇਆ ਹੈ। ਮੁੱਖ ਵਿੱਚ ਗੁਰੂ ਨੂੰ ਯਾਦ ਕਰਦੇ ਆ ਤੇ ਸ਼ਾਸਤਰ ਜਿਹੜਾ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਮਗ ਆਪ ਮਾਹੀ ਕਹੇ ਸਿੰਘ ਤਾਹੀ। ਇੱਕ ਦੂਜੇ ਨੂੰ ਕਹਿੰਦੇ ਆ ਗੁਰੂ ਨੂੰ ਯਾਦ ਕਰੋ ਔਰ ਭਾਵੇਂ ਮਰ ਜਾਓ ਪਰ ਦੁਸ਼ਮਣ ਨੂੰ ਚੰਗੀ ਤਰ੍ਹਾਂ ਜਿਹੜਾ ਹੈ ਲੋਹੇ ਦੇ ਚਣੇ ਚਬਾਓ। ਜਿਹੜੇ ਪੰਜ ਵੀਰਾ ਧਰੀ ਪੂਰ ਧੀਰਾ। ਔਰ ਇਸ ਤਰ੍ਹਾਂ ਗੁਰੂ ਪਿਆਰਿਓ ਹੁਣ ਪੰਜ ਯੋਧੇ ਇਕੱਠੇ ਹੋ ਕੇ ਨਿਕਲਦੇ ਆ, ਜਿਵੇਂ ਚਮਕੌਰ ਦੀ ਗੜੀ ਵਾਲਾ ਜੰਗ ਕੀਤਾ ਨਾ ਪਾਤਸ਼ਾਹ ਨੇ, ਇੱਕ ਇੱਕ ਦੋ ਦੋ ਚਾਰ ਚਾਰ ਪੰਜ ਪੰਜ ਭੇਜ ਕੇ। ਇੱਥੇ ਵੀ ਸਿੰਘਾਂ ਨੇ, ਬਾਕੀ ਦੇ ਸਿੰਘ ਓਟ ਵਿੱਚ ਰਹਿੰਦੇ ਨਾ, ਤੇ ਪਹਿਲਾਂ ਇੱਕ ਆਇਆ ਫਿਰ ਇੱਕ ਹੋਰ ਆਇਆ, ਤੇ ਹੁਣ ਪੰਜ ਯੋਧੇ ਇਕੱਠੇ ਆਉਂਦੇ ਹਨ। ਜਹਾਂ ਸ਼ਤਰੂ ਪੁੰਜਾ ਪਰਿਓ ਸਿੰਘ ਪੰਜਾ। ਔਰ ਜਿੱਥੇ ਦੁਸ਼ਮਣ ਬਾਹਲਾ ਇਕੱਠ ਜਾ ਕਰਕੇ ਖੜਾ ਸੀਗਾ, ਬਾਹਲੇ ਲਸ਼ਕਰ ਦੇ ਇਕੱਠੇ ਫੌਜੀ ਜੇ ਖੜੇ ਸੀ ਨਾ, ਦੁਸ਼ਮਣ ਦੇ ਵਿੱਚ ਆ ਕੇ ਵੱਜੇ ਪੰਜੇ ਸਿੰਘ ਸਿਧਾਰੇ ਕਿਰਪਾਨਕ ਨਿਕਾਰੇ। ਔਰ ਸਿੱਧੇ ਉਸ ਇਕੱਠ ਵੀ ਜਾ ਵੜਦੇ ਹਨ।
ਔਰ ਕੱਢ ਕੇ ਮਿਆਨ ਚੋਂ ਤਲਵਾਰਾਂ। ਜਾਰਨ ਪਰਵੇਸ਼ੇ ਸੋ ਓਜਨ ਵਿਸ਼ੇਸ਼ੇ। ਔਰ ਉਹਨਾਂ ਦੇ ਵਿੱਚ ਜਾ ਕੇ ਓਜਨ ਵਿਸ਼ੇਸ਼ੇ, ਓਜ ਹੁੰਦਾ ਤਾਕਤ, ਵਿਸ਼ੇਸ਼ ਤਾਕਤ, ਬਹੁਤੀ ਤਾਕਤ ਦੇ ਨਾਲ ਨੇਤਰ ਬੰਦ ਕਰਕੇ ਗੁਰੂ ਨੂੰ ਯਾਦ ਛੱਡ ਕੇ ਜਕਾਰਾ ਫਿਰ ਦੁਸ਼ਮਣ ਨੂੰ ਵੱਢਣਾ ਸ਼ੁਰੂ ਕਰਦੇ ਆ। ਮਨੋ ਬੇਗ ਸਿੰਘੰ ਤਥਾ ਸ਼ੋਭ ਸਿੰਘੰ। ਔਰ ਸਿੰਘਾਂ ਦੀ ਤੇਜੀ, ਸਿੰਘਾਂ ਦੀ ਚਲਾਕੀ ਸ਼ੇਰ ਦੀ ਚਲਾਕੀ ਤੋਂ ਵੀ ਵੱਧ ਹੈ। ਸ਼ੇਰ ਵੀ ਜਦ ਹਮਲਾ ਕਰਦਾ ਹੈ ਨਾ ਤੇ ਇਹਦੀ ਸਪੀਡ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਾਨਵਰ ਨੂੰ ਪਤਾ ਨਹੀਂ ਲੱਗਦਾ ਕਦੋਂ ਸ਼ੇਰ ਨੇ ਚਪਟ ਮਾਰਨੀ। ਇਸੇ ਤਰ੍ਹਾਂ ਹੀ ਬਾਜ ਦੀ ਸਪੀਡ ਹੈ ਜਿਹੜੀ ਉਹ ਵੀ ਇਦਾਂ ਹੀ ਹੁੰਦੀ ਹੈ। ਉਹ ਜਦੋਂ ਕਿਸੇ ਪੰਛੀ ਦੇ ਝਪਟ ਮਾਰਦਾ ਨਾ ਤੇ ਪੰਛੀ ਨੂੰ ਚੇਤੇ ਨਹੀਂ ਹੁੰਦਾ ਵੀ ਮੇਰੇ ਕੋਲ ਬਾਜ ਆ ਜਾਊਗਾ ਤੇ 1 ਮਿੰਟ ਵਿੱਚ ਬਾਜ ਨੂੰ ਫੜ ਕੇ ਬਾਜ ਉਹ ਜਾਨਵਰ ਨੂੰ ਪੰਜਿਆਂ ਵਿੱਚ ਉੱਡ ਜਾਂਦਾ। ਕਹੋ ਸਤਨਾਮ। ਇਸੇ ਤਰ੍ਹਾਂ ਕਹਿੰਦੇ ਭਾਈ ਸਾਹਿਬ ਜੀ, ਕਹਿੰਦੇ ਮਨੋ ਬੇਗ ਸਿੰਘੰ, ਸਿੰਘਾਂ ਦੀ ਤੇਜੀ ਇੰਨੀ ਹੈ, ਤਥਾ ਸ਼ੋਭ ਸਿੰਘੰ, ਜਿਵੇਂ ਸ਼ੇਰ ਹਮਲਾ ਕਰਦਾ ਹੈ। ਪੰਜ ਤੇਗਾ ਓਕਾਰੀ ਸੋਬੇਗਾ। ਔਰ ਪੰਜਾਂ ਨੇ ਪੰਜੇ ਤਲਵਾਰਾਂ ਕੱਢ ਲੀਆਂ ਹਨ ਮਿਆਨ ਦੇ ਵਿੱਚੋਂ। ਮ੍ਰਿਗਨ ਸ਼ਤਰੂ ਭਾਗੇ ਅਰੇ ਨਾਹੀ ਆਗੇ। ਹੁਣ 5 ਇਕੱਠੇ ਪੈ ਗਏ ਤੇ ਫਿਰ ਦੁਸ਼ਮਣ ਤਾਂ ਹੀ ਡਰ ਗਿਆ। ਤਾਂ ਤਨਖਾਹੀਆ ਦੁਸ਼ਮਣ ਸੀ। ਕਹੋ ਸਤਨਾਮ। ਕਿਉਂਕਿ ਦੁਸ਼ਮਣ ਚਾਹੁੰਦਾ, ਤਨਖਾਹੀਆ ਦੁਸ਼ਮਣ ਚਾਹੁੰਦਾ ਬਚ ਵੀ ਜਾਵਾਂ ਤੇ ਜਾ ਕੇ ਸ਼ਾਬਾਸ਼ੇ ਵੀ ਲੈ ਲਾਂ ਰੰਗੇ ਤੋਂ, ਮੇਰੀ ਜਾਨ ਬਚੇ ਫੇਰ ਹੀ ਸ਼ਾਬਾਸ਼ੇ ਲਊਂਗਾ ਨਾ। ਇਸ ਕਰਕੇ ਜਿਹੜਾ ਤਨਖਾਹੀਆ ਦੁਸ਼ਮਣ ਹੈ ਨਾ ਉਹ ਬਚਣ ਦੀ ਕੋਸ਼ਿਸ਼ ਕਰਦਾ ਹੈ ਤੇ ਜਿਹੜਾ ਬਚਣ ਦੀ ਕੋਸ਼ਿਸ਼ ਕਰਦਾ ਉਹ ਮਾਰਿਆ ਜਾਂਦਾ ਹੈ। ਤੇ ਸਿੰਘ ਭਾਵੇਂ ਸ਼ਹੀਦੀਆਂ ਵੀ ਪਾ ਰਹੇ ਨੇ ਪਰ ਇਹਨਾਂ ਦਾ ਜੰਗ ਦੇਖ ਕੇ ਦੁਸ਼ਮਣ ਇਉਂ ਭੱਜਣ ਲੱਗੇ ਆਸੇ ਪਾਸੇ ਨੂੰ ਜਿਵੇਂ ਸ਼ੇਰ ਤੋਂ ਡਰ ਕੇ ਮਿਰਗ ਭੱਜਦੇ ਆ। ਜਿਸੇ ਕਾਏ ਕਾਲੇ ਤਿਸੇ ਮਾਰ ਡਾਲੇ। ਔਰ ਜਿਹੜਾ ਵੀ ਇਹਨਾਂ ਦੀ ਤਲਵਾਰ ਦੇ ਸਾਹਮਣੇ ਆ ਗਿਆ ਉਹ ਜਿਉਂਦਾ ਨਹੀਂ ਬਚਿਆ, ਪਾਣੀ ਨਹੀਂ ਮੰਗਿਆ। ਭਾਰੋ ਬਾਕੀ ਮਾਰ ਮਾਰੋ। ਔਰ ਰੌਲਾ ਬੜਾ ਪੈ ਗਿਆ। ਉਧਰੋਂ ਸਿੰਘ ਵੀ ਕਹਿੰਦੇ ਮਾਰ ਲਓ, ਫੜ ਲਓ, ਮਾਰ ਲਓ, ਫੜ ਲਓ, ਤੇ ਦੁਸ਼ਮਣ ਵੀ ਘਬਰਾਇਆ ਹੋਇਆ ਕਹਿ ਰਿਹਾ ਉਹ ਮਾਰੋ ਮਾਰੋ, ਸਿੰਘ ਪੈ ਗਏ, ਸਿੰਘ ਪੈ ਗਏ। ਔਰ ਘੇਰੇ ਢੁਕੇ ਨਾਹੀ ਨੇਰੇ। ਔਰ ਇਸ ਤਰ੍ਹਾਂ ਇਹਨਾਂ ਪੰਜਾਂ ਸਿੰਘਾਂ ਨੇ ਦੁਸ਼ਮਣ ਨੂੰ ਫੇਰ ਪਿੱਛੇ ਹਟਾਤਾ। ਜਿਹੜੇ ਢੁਕੇ ਨੇੜੇ ਭਾਵ ਜਿਹੜੇ ਬਹੁਤ ਅੱਗੇ ਆ ਗਏ ਸੀਗੇ, ਇਹਨਾਂ ਪੰਜਾਂ ਨੇ ਐਸਾ ਹਮਲਾ ਕੀਤਾ ਦੁਸ਼ਮਣ ਨੂੰ ਪਿੱਛੇ ਹਟਣਾ ਪਿਆ। ਤੇ ਮੇਰੇ ਪ੍ਰੀਤਮ ਜੀ ਦੀ ਵੀ ਕਿਰਪਾ ਦ੍ਰਿਸ਼ਟੀ ਹੈ, ਟਿੱਬੀ ਸਾਹਿਬ ਤੋਂ ਖੜੇ ਨਿਗਾਹ ਰੱਖ ਰਹੇ ਹਨ। ਜਦੋਂ ਦੁਸ਼ਮਣ ਅੱਗੇ ਵੱਧਦਾ ਹੈ ਤੇ ਉਹਨਾਂ ਦੇ 1-2 ਤੀਰ ਆਉਂਦੇ ਆ ਤੇ ਇਹਨਾਂ ਦੇ ਘੋੜਿਆਂ ਤੇ ਬੈਠੇ 5-7 ਸਵਾਰਾਂ ਨੂੰ ਥੱਲੇ ਸਿੱਟ ਦਿੰਦੇ ਆ। ਵਜੀਦੇ ਨਿਹਾਰੇ ਸੋ ਖਾਨਨ ਪ੍ਰਚਾਰੇ। ਹੁਣ ਵਜੀਦੇ ਨੇ ਵੇਖਿਆ ਜੰਗ ਸਿੰਘਾਂ ਦਾ, ਆਸ਼ ਕਰ ਉੱਠਿਆ ਤੇ ਆਪਣੇ ਪਠਾਨਾਂ ਨੂੰ, ਖਾਨਾਂ ਨੂੰ ਕਹਿੰਦਾ ਜੇ ਡਰਦੇ ਭੱਜਣ ਲੱਗੇ 5 ਸਿੰਘਾਂ ਤੋਂ, 5 ਸਿੰਘ ਇਕੱਠੇ ਪੈ ਗਏ, 1.25 ਲੱਖ ਸੇ ਏਕ ਲੜਾਊਂ, ਇੱਕ ਜਣਾ 1.25 ਲੱਖ ਨੂੰ ਭਜਾ ਲਵੇ। ਤੇ ਫਿਰ ਇਹ ਜਿਹੜੀ ਗੁਰੂ ਪਿਆਰੋ ਫੌਜ ਲਸ਼ਕਰ ਲਾਇਆ ਕੁਝ ਹਜ਼ਾਰਾਂ ਦੇ ਵਿੱਚ ਹੈ, ਤਾਂ 5 ਸਿੰਘ ਜਦ ਇਕੱਠੇ ਪੈ ਗਏ ਤੇ ਫਿਰ ਤਾਂ ਭਾਜੜਾ ਪੈਣੀਆਂ ਸੀ। ਇਹ ਸਾਰੇ ਪਿੱਛੇ ਨੂੰ ਭੱਜਣ ਲੱਗੇ। ਵਜੀਦੇ ਨੇ ਵੇਖਿਆ ਮੇਰਾ ਲਸ਼ਕਰ ਪਿੱਛੇ ਹਟ ਰਿਹਾ ਹੈ, ਇਹ ਲਲਕਰਾ ਮਾਰਦਾ ਹੈ ਉਹਨਾਂ ਨੂੰ। ਜਾਉ ਭਾਗੇ ਨਹੀਂ ਲਾਜ ਲਾਗੇ। ਓਏ ਸਾਨੂੰ ਸ਼ਰਮ ਨਹੀਂ ਆਉਂਦੀ, ਅੱਗੇ ਵਧੋ, ਤੁਹਾਨੂੰ ਸ਼ਰਮ ਨਹੀਂ ਆਉਂਦੀ, ਲਾਜ ਲੱਗੇ, ਤੁਸੀਂ ਕਿੱਧਰ ਭੱਜਿਓ ਪੁੱਠੇ, ਗਾਹਾਂ ਹੋਵੋ, ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਵੱਡੇ ਖਾਨ। ਹੋਰੋ ਕੀਰ ਮਾਰੋ ਨਹੀਂ ਤਰਾਸ਼ ਧਾਰੋ। ਤੁਸੀਂ ਡਰ ਗਏ ਸਿੰਘਾਂ ਤੋਂ, ਚੱਲ ਪੁੱਠੇ ਮੁੜੋ, ਫੜੋ ਇਹਨਾਂ ਨੂੰ, ਮਾਰੋ ਇਹਨਾਂ ਨੂੰ। ਸਿੰਘ ਥੋਰੇ ਨਹੀਂ ਪਾਸ ਘੋਰੇ। ਉਹ ਇਹਨਾਂ ਕੋਲ ਤਾਂ ਘੋੜੇ ਵੀ, ਤੁਸੀਂ ਘੋੜਿਆਂ ਤੇ ਸਵਾਰ, ਇਹਨਾਂ ਕੋਲ ਘੋੜੇ ਵੀ ਨਹੀਂ, ਪੈਦਲ ਹੈ। ਔਰ ਇਹਨਾਂ ਦੇ ਕੋਲ ਇਸ ਵੇਲੇ ਜੰਗ ਕਰਨ ਵਾਸਤੇ ਕੋਈ ਬਹੁਤ ਸ਼ਸਤਰ ਵੀ ਨਹੀਂ, ਕੱਲੀਆਂ ਤਲਵਾਰਾਂ ਹੀ ਆ, ਤੇ ਤੁਸੀਂ ਐ ਪੁੱਠੇ ਭੱਜੇ ਜਾਂਦੇ ਹੋ। ਕਹਾ ਔਜ ਕਹਿ ਮੋਰੋ ਮਾਰ ਲੈ ਹੈ। ਤਾਂ ਜਿਹੜੇ ਭੱਜਣ ਲੱਗੇ ਸੀ ਡਰਦੇ, ਇੱਕ ਪਾਸੇ ਉਹ ਵਜੀਦੇ ਨੇ ਮੋੜ ਤੇ ਅੱਗੋਂ ਸਿੰਘ ਨੇੜੇ ਨਹੀਂ ਹੋਣ ਦਿੰਦੇ। ਕਹੋ ਸਤਨਾਮ। ਫਸ ਗਏ ਵਿਚਾਲੇ। ਇਹ ਤਨਖਾਹੀਏ ਫੌਜ ਸਾਰੀ ਇਸ ਦੀ। ਤੇ ਕਹਿਣ ਲੱਗੇ ਕਿੱਧਰ ਜਾਣ ਵਿਚਾਰੇ। ਵਜੀਦੇ ਬੰਗਾਰੇ ਫਿਰੇ ਫੀਰ ਸਾਰੇ। ਜਦੋਂ ਵਜੀਦੇ ਨੇ ਲਲਕਰਾ ਮਾਰਿਆ ਭੱਜਦੇ ਭੱਜਦੇ ਫੌਜੀ ਫਿਰ ਖੜ ਗਏ ਉਸਦੇ। ਵੱਡ ਹੋਏ ਮਿਲੇ ਤੁੰਡ ਦੋਏ। ਬਸ ਫਿਰ ਦੋਨੇ ਫਿਰ ਇਕੱਠੇ ਹੋ ਗਏ, ਉਧਰੋਂ ਪੰਜੇ ਸਿੰਘ ਤੇ ਇਧਰੋਂ ਇਹਨਾਂ ਦੀ ਫੌਜ ਕੱਟਾ ਵੱਢ ਹੋਣ ਲੱਗੀ। ਮਿਲੇ ਤੁੰਡ ਦੋਏ, ਜਦੋਂ ਦੋਨਾਂ ਦੇ ਚਿਹਰੇ ਇੱਕ ਦੂਜੇ ਦੇ ਸਾਹਮਣੇ ਹੁੰਦੇ ਆ। ਕਿਰਪਾਨੀ ਚਲਾਵੇ ਸੋ ਲੋਹੂ ਛਕਾਵੇ। ਔਰ ਇਸ ਤਰ੍ਹਾਂ ਕਿਰਪਾਨਾਂ ਨੂੰ ਹੁਣ ਲਹੂ ਪਿਆ ਰਹੇ ਨੇ, ਭਾਵ ਕਿਰਪਾਨਾਂ ਚੱਲਣ ਲੱਗੀਆਂ
ਧੌਣਾ, ਹੱਥ, ਲੱਤਾਂ, ਢਿੱਡ ਆਦਿ ਵੱਡੇ ਜਾਣ ਲੱਗੇ। ਕੇ ਰੰਗ ਲਾਲਨ ਕਟੇ ਮਾਰ ਡਾਲਨ। ਔਰ ਐਸਾ ਭਿਆਨਕ ਜੰਗ ਹੋਇਆ। ਇਸ ਤਰ੍ਹਾਂ ਪੰਜਾਂ ਸਿੰਘਾਂ ਨੇ ਕੀਤਾ ਗੁਰੂ ਪਿਆਰਿਓ। ਧਰਤੀ ਵੀ ਲਾਲ ਹੋਣ ਲੱਗੀ, ਕੱਪੜੇ ਵੀ ਲਾਲ ਹੋਣ ਲੱਗੇ ਔਰ ਵੜ ਵੜ ਕੇ ਸਿੱਟਣ ਲੱਗੇ। ਆਇ ਮਹੀਰ ਨੀਰੈ ਕਟੇ ਤੁੰਡ ਘੇਰੈ। ਔਰ ਜੇ ਘੋੜਾ ਵੀ ਆ ਗਿਆ ਤੇ ਸਿੰਘ ਨੇ ਘੋੜੇ ਦੀ ਵੀ ਬੱਖੀ 'ਚ ਤਲਵਾਰ ਮਾਰੀ ਤੇ ਘੋੜੇ ਵੀ ਮਰ ਮਰ ਕੇ ਡਿੱਗਣ ਲੱਗੇ। ਮਹਾ ਤੇਜ ਤਤੇ ਰਸਨ ਰੋਦ ਰਤੇ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਬੜਾ ਜੰਗ ਜਿਹੜਾ ਤੇਜ਼ ਹੋ ਗਿਆ। ਮਹਾ ਤੇਜ ਤੱਤੇ ਬੜਾ ਤੇਜ਼ ਜੰਗ ਹੋ ਗਿਆ। ਰਸੰਗ ਰੋਦਰ ਰੱਤੇ ਔਰ ਖੂਨ ਦੇ ਰਸ ਵਿੱਚ ਰੰਗੇ ਗਏ। ਨੇ ਸ਼ਤਰੂ ਨਾ ਚੜੇ ਚਾਉ ਦੁਨਾ। ਔਰ ਗੁਰੂ ਪਿਆਰਿਓ ਵੀਰ ਰਸ, ਰੌਦਰ ਹੁੰਦਾ ਵੀਰ ਰਸ। ਇੱਕ ਰੌਦਰ ਰੂਪ ਸ਼ਿਵਜੀ ਦਾ ਕਹਿੰਦੇ ਆ, ਮਹਾਦੇਵ ਦਾ। ਜਦੋਂ ਉਹ ਬੜੇ ਜੰਗ ਦੇ ਭਿਆਨਕ ਗੁੱਸੇ 'ਚ ਹੁੰਦਾ ਨਾ, ਉਹਨੂੰ ਕਹਿੰਦੇ ਆ ਰੌਦਰ। ਉਸ ਦਾ ਇਹ ਨਾਮ ਰੱਖੇ ਆ। ਜਦੋਂ ਗੁੱਸੇ 'ਚ ਹੁੰਦਾ ਉਦੋਂ ਰੌਦਰ ਹੁੰਦਾ। ਉਹਦੇ ਬੇਅੰਤ ਨਾਮ ਰੱਖੇ ਆ ਹਿੰਦੂ ਮਤ ਵਿੱਚ। ਤਾਂ ਸਿੰਘ ਵੀ ਉਸ ਰੌਦਰ ਰੂਪ ਨੂੰ ਧਾਰਨ ਕਰ ਗਏ, ਵੀਰ ਰਸ ਵਿੱਚ ਆ ਗਏ ਹਨ ਔਰ ਲਾਲ ਰੰਗ ਵਿੱਚ ਰੰਗੇ ਗਏ। ਗਿਣੇ ਸ਼ਤਰੂ ਹੋਣਾ ਚੜ੍ਹੇ ਚਾਹੋ ਦੂਨਾ। ਤੇ ਜਦੋਂ ਸਾਹਮਣੇ ਸ਼ਤਰੂ ਆਉਂਦਾ ਉਹਨੂੰ ਦੇਖ ਕੇ ਰਿਸੈ ਗੁੱਸੇ 'ਚ ਆ ਜਾਂਦੇ ਆ, ਚਾਹ ਚੜ੍ਹ ਜਾਂਦਾ ਸਿੰਘ ਨੂੰ। ਜੰਗ ਦੇ ਮੈਦਾਨ ਵਿੱਚ ਜਦੋਂ ਸਾਹਮਣੇ ਵੱਢਣ ਵਾਲੇ ਆ ਜਾਂਦੇ ਆ, ਛੁੱਲੇ ਛਲੰਗੀ ਗੁਰੂ ਕੇ ਭਜੰਗੀ। ਛਲੰਗੀ ਛਾਲਾਂ ਮਾਰਦੇ ਹੋਏ, ਉਛਲਦੇ ਹੋਏ ਗੁਰੂ ਕੇ ਭਜੰਗੀ ਘੋੜਿਆਂ ਦੇ ਬੈਠੇ ਪਠਾਨਾ ਖਾਨਾ ਨੂੰ ਵੜ ਵੜ ਕੇ ਸਿੱਟਣ ਲੱਗੇ। ਜਿਉ ਓਜ ਐਸੋ ਹਜ਼ਾਰਨ ਜੈਸੋ। ਔਰ ਐਸਾ ਗੁਰੂ ਨੇ ਤਾਕਤ ਬਖਸ਼ੀ ਆ ਉਹ ਬਚਨ, 1.25 ਲੱਖ ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਉਹ ਓਜ ਉਹ ਤਾਕਤ ਸਤਿਗੁਰ ਨੇ 1699 ਦੀ ਵਿਸਾਖੀ ਤੇ ਫਿਰ ਦੇ ਦਿੱਤੀ ਆ। ਇਹ ਗੱਲ ਗੁਰੂ ਪਿਆਰੋ ਸਤਿਗੁਰਾਂ ਨੇ ਭਾਈ ਜੈਦਾ ਜੀ ਨੂੰ ਕਿਹਾ ਸੀਗਾ, ਮੈਂ ਐਸਾ ਪੰਥ ਸਜਾਊਂਗਾ ਕਿ ਲੱਖਾਂ ਵਿੱਚ ਖੜਾ ਦਿਖਾਈ ਦੇਵੇਗਾ ਔਰ ਮੇਰੇ ਜਿਹੜੇ ਸਿੰਘ ਹੋਣਗੇ ਇੱਕ ਇੱਕ ਸਿੰਘ ਲੱਖਾਂ ਲੱਖਾਂ ਨੂੰ ਭਾਜਣਾ ਪਾਵੇਗਾ। ਵਾਕਿਆ ਹੀ ਕਈ ਜੰਗਾਂ ਦੀ ਵਾਰਤਾ ਆਪਾਂ ਪਿੱਛੋਂ ਸਰਵਣ ਕਰਦੇ ਆ ਰਹੇ ਹਾਂ। ਇਹ ਮੁਕਤਸਰ ਸਾਹਿਬ ਦਾ ਸਤਿਗੁਰਾਂ ਦਾ ਆਖਰੀ ਜੰਗ ਹੈ। ਕਹਿੰਦੇ ਉਛਲਦੇ ਹੋਏ ਯੋਧੇ ਛਾਲਾਂ ਮਾਰ ਮਾਰ ਕੇ ਦੁਸ਼ਮਣ ਦੇ ਉੱਤੇ ਚੜ੍ਹਦੇ ਹੈ ਔਰ ਦਿਓ ਓਜ ਐਸੇ ਹਜ਼ਾਰਨ ਜੈਸੇ। ਔਰ ਇੰਨਾ ਜ਼ੋਰ ਗੁਰੂ ਪਿਆਰਿਓ ਪਠਾਨ ਖਾਨ ਵਜੀਦੇ ਦੀ ਫੌਜ ਹੈਰਾਨ ਹੈ ਵੀ ਸਿੱਖਾਂ ਵਿੱਚ ਇੰਨਾ ਜ਼ੋਰ ਕਿੱਥੋਂ ਆ ਜਾਂਦਾ ਹੈ। ਮਹਾ ਕੋ ਪਠਾਨੈ ਗਜਨ ਕੀਟ ਮਾਨੈ। ਔਰ ਬੜੇ ਗੁੱਸੇ ਦੇ ਨਾਲ ਬੜੇ ਜ਼ੋਰ ਦੇ ਨਾਲ ਤਲਵਾਰ ਚਲਾਉਂਦੇ ਹੈ। ਹਾਥੀ ਕੀੜੀ ਦਿਖਾਈ ਦਿੰਦਾ ਹੈ ਉਹਨਾਂ ਨੂੰ। ਓਡਿਆ ਉਤਸਾਹੇ ਰਣਕ ਛਤਰੂ ਗਾਹੇ। ਔਰ ਇਸ ਤਰ੍ਹਾਂ ਬੜੇ ਉਤਸ਼ਾਹ ਨਾਲ ਲੜਦੇ ਆ। ਕਹਿੰਦੇ ਇੱਕ ਵਾਰੀ ਨਾ ਗੁਰੂ ਪਿਆਰਿਓ ਇਹ ਮੁਗਲਾਂ ਨੇ ਜਦੋਂ ਸਿੰਘ ਜੰਗਲਾਂ ਵਿੱਚ ਰਹਿੰਦੇ ਸੀ ਤੇ ਇੱਕ ਵਾਰੀ ਇਹਨਾਂ ਨੇ ਸੋਚਿਆ ਵੀ ਯਾਰ ਇਹਨਾਂ ਦੇ ਦਾ ਪੇਚ ਦਾ ਪਤਾ ਲੱਗੇ ਵੀ ਕਿਵੇਂ ਲੜਦੇ ਆ, ਫਿਰ ਆਪਾਂ ਉਹੋ ਜਿਹਾ ਤਿਆਰੀ ਕਰੀਏ। ਉਹ ਦਾ ਪੇਚ ਜਾਣਨ ਵਾਸਤੇ ਕੁਝ ਮਰਾਸੀਆਂ ਨੂੰ, ਕੁਝ ਬਹੁ ਰੂਪੀਆਂ ਨੂੰ ਇਕੱਠੇ ਕੀਤਾ। ਕਹਿੰਦੇ ਯਾਰ ਸਾਨੂੰ ਐਂ ਦੱਸੋ ਵੀ ਇਹਨਾਂ ਵਿੱਚ ਇੰਨੀ ਤਾਕਤ ਕਿਵੇਂ ਆ ਜਾਂਦੀ ਹੈ, ਇਹਨਾਂ ਕੋਲੇ ਕੀ ਹੈਗਾ। ਕਹਿੰਦੇ ਬਸ ਇਹਨਾਂ ਕੋਲੇ ਅਰਦਾਸਾ ਹੀ ਆ। ਇਹ ਗੁਰੂ ਅੱਗੇ ਅਰਦਾਸਾ ਕਰਕੇ ਜਦੋਂ ਚੱਲਦੇ ਆ ਨਾ ਫਿਰ ਇਹਨਾਂ ਨੂੰ ਕੁਛ ਨਹੀਂ ਦਿਸਦਾ ਗਾ। ਕਹਿੰਦੇ ਸਾਨੂੰ ਕਰਕੇ ਦਿਖਾਓ ਯਾਰ, ਤਜਰਬਾ ਪ੍ਰੈਕਟੀਕਲ ਕਰਕੇ ਦਿਖਾਓ। ਵੈਸੇ ਖੇਡਣਾ ਤਮਾਸ਼ਾ ਜਿਹਾ ਬਣਾ ਕੇ ਦਿਖਾਓ ਵੀ ਕਿਵੇਂ ਲੜਦੇ ਆ ਇਹ। ਕਹਿੰਦੇ ਬਹੁ ਰੂਪੀਆਂ ਨੇ ਹੁਣ ਸਿੰਘਾਂ ਨੂੰ ਵੇਖਿਆ ਸੀਗਾ ਜੰਗਲਾਂ ਵਿੱਚ ਰਹਿੰਦਿਆਂ ਨੂੰ। ਉਹਨਾਂ ਨੇ ਗੁਰੂ ਪਿਆਰਿਓ ਦੋ ਜਥੇ ਬਣਾ ਲਏ, ਇੱਕ ਪਾਸੇ ਮੁਗਲਾਂ ਦਾ ਬਣਾ ਤਾ, ਇੱਕ ਪਾਸੇ ਸਿੰਘਾਂ ਦਾ ਬਣਾ ਲਾ। ਤੇ ਸਿੰਘ ਬੈਠੇ ਨੇ, ਕੋਈ ਸਿੰਘ ਦਸਤਾਰ ਬੰਨ੍ਹ ਰਿਹਾ, ਕੋਈ ਆਟਾ ਗੁੰਨ ਰਿਹਾ, ਕੋਈ ਰੋਟੀਆਂ ਪਕਾ ਰਿਹਾ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ। ਉਹ ਸਾਰਾ ਸੀਨ ਬਣਾ ਕੇ ਤੇ ਚਾਣਚੱਕ ਮੁਗਲ ਬਣਿਆ ਜਥਾ ਜਿਹੜਾ ਹਮਲਾ ਕਰਦਾ ਹੈ। ਤੇ ਇੱਧਰ ਸਿੰਘ ਕਰਕੇ ਅਰਦਾਸਾ ਤੇ ਗੁਰੂ ਪਿਆਰੇ ਜਿਹੜੇ ਸਿੰਘ ਬਣੇ ਸੀਗੇ ਸੀ ਤਾਂ ਬਹੁ ਰੂਪੀ ਉਹ ਜਿਹੜਾ ਸਿੰਘਾਂ ਦਾ ਭੇਸ ਧਾਰਿਆ ਸੀਗਾ। ਕਹਿੰਦੇ ਇਹਨਾਂ ਨੇ ਚਾਣਚੱਕ ਜਦੋਂ ਮੁਗਲ ਬਣੇ ਜਥੇ ਨੇ ਹਮਲਾ ਕੀਤਾ ਦੂਜੀ ਟੀਮ ਨੇ, ਤੇ ਇੱਧਰਲੀ ਟੀਮ ਨੇ ਚੱਕ ਲਈਆਂ ਤਲਵਾਰਾਂ, ਛੱਡ ਕੇ ਜਕਾਰੇ ਤੇ ਮਾਰਨੀ ਸ਼ੁਰੂ ਕਰਤੀਆਂ। ਤੇ ਉਹਨਾਂ 100-150 ਜਿਹੜਾ ਫੌਜੀ ਵੱਢ ਕੇ ਧਰਤਾ ਮੁਗਲਾਂ ਦਾ। ਕਹੋ ਸਤਨਾਮ ਸੀ। ਇੱਕ ਪਾਸੇ ਮੁਗਲਾਂ ਨੇ ਆਪਣੇ ਫੌਜੀ ਦੇ ਤੇ ਦੂਜੇ ਪਾਸੇ ਉਹਨਾਂ ਨੇ ਸਿੰਘਾਂ ਰੂਪ ਧਾਰ ਲਿਆ ਬਹੁ ਰੂਪੀਆਂ ਨੇ। ਤੇ ਜਿਸ ਵੇਲੇ ਉਹਨਾਂ ਨੇ ਕਰਕੇ ਅਰਦਾਸਾ ਛੱਡ ਕੇ ਜਕਾਰਾ ਉਹਨਾਂ ਮੁਗਲਾਂ ਦੇ ਵੱਲ ਵਧਦੇ ਨੇ, ਵਿਖਾਉਣਾ ਤਾਂ ਤਮਾਸ਼ਾ ਸੀਗਾ ਪਰ ਤਮਾਸ਼ੇ ਵੀ 100-150 ਮੁਗਲ ਜਦੋਂ ਵੱਢਿਆ ਗਿਆ ਰੌਲਾ ਪਾ ਕੇ ਰੋਕੇ, ਉਹ ਠਹਿਰ ਜੋ ਸੁਣੋ ਤਮਾਸ਼ਾ ਵਿਖਾਉਣ ਨੂੰ ਕਹਿੰਦੇ ਸੀ, ਬੰਦੇ ਮਾਰਤੇ ਮਸਾਂ ਰੋਕੇ। ਉਹ ਕਹਿੰਦੇ ਇਹ ਕੀਤਾ। ਕਹਿੰਦੇ ਅਰਦਾਸ ਕਰਨ ਤੋਂ ਬਾਅਦ ਨਹੀਂ ਪਤਾ ਲੱਗਿਆ ਕੀ ਹੋਇਆ। ਕਹੋ ਸਤਨਾਮ। ਉਦੋਂ ਪਹਿਲਾਂ ਸਾਨੂੰ ਪਤਾ ਸੀ ਵੀ ਤਮਾਸ਼ਾ ਕਰ ਰਹੇ ਹਾਂ, ਪਰ ਜਦੋਂ ਜਕਾਰਾ ਛੱਡਤਾ ਤੇ ਅਰਦਾਸਾ ਹੋ ਗਿਆ ਫਿਰ ਨਹੀਂ ਪਤਾ ਲੱਗਿਆ ਵੀ ਕੀ ਹੋ ਰਿਹਾ ਹੈ।
ਇਸ ਕਰਕੇ ਇਹ ਗੁਰੂ ਸਾਹਿਬ ਦੀਆਂ ਬਖਸ਼ਾਂ ਅਸਲ ਦੇ ਵਿੱਚ ਸਿੰਘਾਂ ਦੇ ਵਿੱਚ। ਔਰ ਵਜੀਦੇ ਦੇ ਬੰਦੇ ਸੋਚਦੇ ਐ ਵੀ ਇਹਨਾਂ ਵਿੱਚ ਇੰਨੀ ਤਾਕਤ ਕਿੱਥੋਂ ਆ ਜਾਂਦੀ ਹੈ। ਸਿਰਖੰਡੀ ਛੰਦ ਪੰਚੋ ਬੀਰ ਜੁਝਾਰੀ ਮਾਰ ਅਨੇਕ ਕੋ। ਤਾਂ ਇਹਨਾਂ ਦੇ ਸਾਹਮਣੇ ਹਾਥੀ ਜਿਹੜਾ ਉਹ ਕੀੜੀ ਤੋਂ ਵੱਧ ਨਹੀਂ ਹੈ। ਹਾਥੀ ਨੂੰ ਕੱਟਾ ਹੀ ਦੱਸਦੇ ਆ ਸਿੰਘ, ਨਿਹੰਗ ਸਿੰਘ, ਉਹ ਕੱਟੇ ਨੂੰ ਲੈ ਕੇ ਆ ਮੋੜ ਕੇ ਕਹੋ ਸਤਿਨਾਮ, ਕਿਉਂਕਿ ਉਹਨੂੰ ਪਤਾ ਵੀ ਇਸ ਨੂੰ ਸੈੱਟ ਕਰ ਲਾਂਗੇ। ਬੜਾ ਉਤਸ਼ਾਹ ਹੈ, ਰਣ ਸ਼ਤਰ ਗਾਹੇ, ਜੰਗ ਦੇ ਮੈਦਾਨ ਵਿੱਚ ਸ਼ਤਰੂਆਂ ਦਾ ਗਾਹ ਪਾ ਦਿੱਤਾ। ਇਹੋ ਪੰਜੇ ਵੀਰ ਯੋਧੇ ਜਿਹੜੇ ਹਨ ਬੇਅੰਤ ਦੁਸ਼ਮਣ ਦੀਆਂ ਫੌਜਾਂ ਨੂੰ ਵੜਦੇ ਹੋਏ। ਕਰਾ ਚੌਲ ਪ੍ਰਹਾਰੇ ਤੁਰਕ ਗਿਰਾਇ ਕੈ। ਕਿਧਰੇ ਕਰਾ ਚੌਲ ਵੀ ਤਲਵਾਰ ਦਾ ਨਾਂ ਹੈ, ਕਿਧਰੇ ਤਲਵਾਰ ਚੱਲ ਰਹੀ ਹੈ ਤੇ ਕਿਧਰੇ ਦੁਸ਼ਮਣ ਵੱਢ ਵੱਢ ਕੇ ਤਲਵਾਰ ਨਾਲ ਸਿੱਟੇ ਜਾ ਰਹੇ ਹਨ। ਕਰੇ ਤੁਰੰਗਮ ਭਾਰੇ ਮੁਖ ਅਰ ਚਰਨ ਕੱਟ। ਔਰ ਗੁਰੂ ਪਿਆਰਿਓ ਦੁਸ਼ਮਣਾਂ ਦੇ ਮੂੰਹ ਵੱਢੇ ਗਏ, ਕਿਸੇ ਦੇ ਪੈਰ ਵੱਢੇ ਗਏ, ਤੁਰਕਾਂ ਨੂੰ ਡੇਗਦੇ ਹੋਏ ਗੁਰੂ ਪਿਆਰਿਓ ਘੋੜੇ ਵੀ ਮੂੰਹ ਪਾਰ ਡਿੱਗੇ ਜਾਣ ਲੱਗੇ। ਕਾ ਤੀਰ ਸਹਾਰੇ ਭਿੱਦੇ ਸਰੀਰ ਸਭ। ਇਸ ਤਰ੍ਹਾਂ ਕਈ ਘੋੜਿਆਂ ਦੇ ਵੀ ਗੋਲੀਆਂ ਵੱਜੀਆਂ ਹਨ, ਉਹ ਵੀ ਡਿੱਗ ਜਾਂਦੇ। ਕਿਸੇ ਪ੍ਰਾਣ ਸੋ ਡਿੱਗੈ ਸਨਮੁਖ ਬੈਰੀਆ। ਤੇ ਦੂਜੇ ਪਾਸੇ ਜਿਹੜੇ ਸਿੰਘ ਹਨ ਉਹ ਵੀ ਗੁਰੂ ਪਿਆਰਿਓ ਇਹਨਾਂ ਦੁਸ਼ਮਣਾਂ ਦੇ ਜ਼ਖਮਾਂ ਨੂੰ ਖਾ ਕਰਕੇ ਸਰੀਰ ਤਿਆਗਣ ਲੱਗੇ। ਸਭ ਸਰੋੜਤ ਸਨ ਢਿੱਗੇ ਬਾਗੇ ਲਾਲ ਹੈ ਬਕੈ। ਔਰ ਉਹਨਾਂ ਦੇ ਚਿੱਟੇ ਕੱਪੜੇ ਜਾਂ ਨੀਲੇ ਕੱਪੜੇ ਜਿਹੜੇ ਹਨ ਉਹ ਲਾਲ ਹੋਣ ਲੱਗੇ। ਜੇ ਨਾ ਹੱਥੋਂ ਖੰਗੇ ਇੱਛਾ ਹਤਨ ਕੀ। ਪਰ ਹੱਥੋਂ ਵਿੱਚੋਂ ਸ਼ਸਤਰ ਨਹੀਂ ਛੱਡਦੇ। ਜਿਹੜੀ ਇੱਛਾ ਹੈ ਦੁਸ਼ਮਣ ਨੂੰ ਮਾਰਨ ਦੀ, ਉਹ ਆਖਰੀ ਸਵਾਸ ਤੱਕ ਵੀ ਜਿਹੜੀ ਹੈ ਢਿੱਲੀ ਨਹੀਂ ਪੈਂਦੇ। ਧਨੇ ਕਾਵ ਤਨ ਲੱਗੇ ਮਰ ਕਰ ਗਿਰ ਪਰੇ। ਔਰ ਭਾਵੇਂ ਕਿ ਹਾਲੇ ਵੀ ਸਿੰਘਾਂ ਦੇ ਸਰੀਰਾਂ ਨੂੰ ਵੀ ਜ਼ਖਮ ਬਹੁਤ ਲੱਗਦੇ ਆ, ਦੁਸ਼ਮਣ ਵੀ ਘੱਟ ਨਹੀਂ ਹੈ, ਪਰ ਦੁਸ਼ਮਣ ਦੇ ਨਾਲੋਂ ਇਹਨਾਂ ਦੀ ਤੇਜ਼ੀ ਬਹੁਤ ਜ਼ਿਆਦਾ ਹੈ। ਇਹਨਾਂ ਦੀ ਤਲਵਾਰ ਤਾਂ ਗੁਰੂ ਪਿਆਰਿਓ ਜਿਵੇਂ ਹੜੰਬੇ ਵਾਲੀ ਮਸ਼ੀਨ ਫਸਲ ਨੂੰ ਕੱਟਦੀ ਸੀ ਨਾ, ਦੋਨੇ ਟੋਕੇ ਫਟਾਫਟ ਚੱਲਦੇ ਸੀ ਬੜੀ ਤੇਜ਼ੀ ਨਾਲ, ਇਦਾਂ ਚੱਲਦੀ ਹੈ ਤਲਵਾਰ ਸਿੰਘਾਂ ਦੀ। ਇਸ ਤਰ੍ਹਾਂ ਘਣੇ ਘਾਵ ਖਾ ਕੇ ਵੀ ਲੜ ਰਹੇ ਹਨ ਤੇ ਅਖੀਰ ਬਦਰੀ ਬ੍ਰਿਤਮ ਜਾਰੇ ਸੂਕੇ ਸਰ ਵਿਖੇ। ਔਰ ਗੁਰੂ ਪਿਆਰਿਓ ਬਦਰੀਆਂ ਦੇ ਭਾਵ ਬੇਰੀਆਂ ਦੇ ਝੁੰਡ ਵਿੱਚ ਜਿਹੜਾ ਸਰੋਵਰ ਹੈ, ਜਿਹੜੀ ਢਾਬ ਹੈ, ਤੇਰੇ ਸਿੰਘ ਤੈ ਭਾਰੇ ਤੁਪਕ ਚਲਾਵਦੇ। ਬਾਕੀ ਸਿੰਘ ਜਿਹੜੇ ਹਨ ਉਹ ਮੋਰਚਿਆਂ ਵਿੱਚ ਖੜੇ ਐ, ਉਹ ਆਪਣੇ ਹਿਸਾਬ ਨਾਲ ਨਿਸ਼ਾਨੇ ਫੁੰਡ ਰਹੇ ਹਨ, ਦੁਸ਼ਮਣ ਨੂੰ ਮਾਰ ਰਹੇ ਹਨ। ਤੇ ਇਹ ਪੰਜ ਜਿਹੜੇ ਹਨ ਇਹ ਦੁਸ਼ਮਣ ਦੇ ਲਸ਼ਕਰ ਵਿੱਚ ਆਏ ਵੜ ਗਏ ਜਿਵੇਂ ਸ਼ੇਰ ਮਿਰਗਾਂ 'ਚ ਵੜ ਜਾਵੇ। ਉਠੀ ਸ਼ਬਦ ਕੜਕਾਰੇ ਗੁਲਕਾ ਸ਼ੂਕਤੀ। ਇਸ ਤਰ੍ਹਾਂ ਉਹ ਸੁੱਕੀ ਢਾਹ ਭਾਵ ਪਾਣੀ ਸੀ ਵਿੱਚ ਥੋੜਾ, ਔਰ ਗੋਲੀਆਂ ਸ਼ੁਕਦੀਆਂ ਹੋਈਆਂ ਜਾ ਰਹੀਆਂ ਢਾਹ ਵਾਲੇ ਪਾਸਿਓਂ। ਲੱਗੀ ਤੁਰਕ ਤਨ ਮਾਰੇ ਗਿਰੇ ਭਵੰਗ ਮੂੰ। ਔਰ ਉਹਨਾਂ ਦੀਆਂ ਛੱਡੀਆਂ ਗੋਲੀਆਂ ਤੁਰਕਾਂ ਨੂੰ ਲੱਗਦੀਆਂ ਤੇ ਗੁਰੂ ਪਿਆਰਿਓ ਘੋੜਿਆਂ ਤੋਂ ਡਿੱਗ ਡਿੱਗ ਜਾਂਦੇ ਆ। ਬਦਰੀ ਸਗਨੀ ਮਹਿਕਨੀ ਸਿੰਘ ਸੈਨ ਕੋ ਜਾਨ। ਔਰ ਗੁਰੂ ਪਿਆਰਿਓ ਵਜੀਦੇ ਵਰਗਿਆਂ ਨੇ ਵੇਖਿਆ ਵੀ ਇਹਨਾਂ ਬੇਰੀਆਂ ਦੇ ਵਿੱਚ ਸਿੰਘਾਂ ਦੀ ਕਿੰਨੀ ਕੁ ਫੌਜ ਹੈ। ਇੱਕ ਤਾਂ ਉਹਨਾਂ ਨੇ ਇੱਕ ਭੁਲੇਖਾ ਪਾਤਾ ਵੀ ਚਾਦਰਾਂ ਪਾਤੀਆਂ ਮਲਿਆਂ ਤੇ ਬੇਰੀਆਂ ਤੇ ਘਮਾਤੀਆਂ ਚਾਦਰਾਂ, ਤੇ ਦੂਰੋਂ ਵੇਖਣ ਨੂੰ ਉਹ ਤੰਬੂ ਲੱਗਦੇ ਆ। ਕੋਈ ਸਤਿਨਾਮ। ਇਸ ਕਰਕੇ ਦੁਸ਼ਮਣ ਬੜਾ ਹੈਰਾਨ ਹੈ ਵੀ ਇੱਥੇ ਕਿੰਨੇ ਕੁ ਸਿੰਘ ਹਨ। ਦੇਰ ਨਹੀਂ ਕਾਇਰ ਕਰੇ ਦੂਰ ਫਿਰੇ ਡਰਮਾਨ। ਇਸ ਕਰਕੇ ਡਰਦੇ ਹੋਏ ਅੰਦਰ ਨਹੀਂ ਵੜਦੇ ਜੰਗਲ ਦੇ, ਦੂਰ ਹੀ ਰਹਿੰਦੇ ਹਨ, ਦੂਰੋਂ ਹੀ ਇਹ ਹਮਲਾ ਕਰਦੇ ਐ। ਡਰਦੇ ਹੋਏ ਗਾਹਾਂ ਨਹੀਂ ਵਧ ਰਹੇ ਵੀ ਪਤਾ ਨਹੀਂ ਬੇਰੀਆਂ ਦੇ ਉਹਲੇ ਕਿੰਨੇ ਸਿੰਘ ਬੈਠੇ ਹੋਣ। ਜਗ ਛੰਦ ਵਜੀਦੇ ਪ੍ਰਚਾਰੇ ਕਰੋ ਕੋਲ ਹੱਲਾ। ਤਾਂ ਵਜੀਦਾ ਪ੍ਰਚਾਰੇ ਭਾਵ ਰੌਲਾ ਪਾਉਂਦਾ ਆਪਣੀਆਂ ਫੌਜਾਂ ਨੂੰ, ਓਏ ਤੁਸੀਂ ਅੱਗੇ ਵਧੋ, ਅੱਗੇ ਵੱਧ ਕੇ ਹੱਲਾ ਕਰੋ। ਰੇਲ ਪੇਲੋ ਮਿਲੰਦੇ ਧੱਕਾ। ਔਰ ਰੇਲ ਪੇਲੋ ਧੱਕਾ ਮਾਰੋ, ਇਹਨਾਂ ਨੂੰ ਫੜੋ ਧੱਕੇ ਨਾਲ, ਬਲੀ ਇਹਨਾਂ ਬਲੀਆਂ ਨੂੰ ਫੜ ਲਓ। ਓਏ ਬਲਵਾਨੋ ਤੁਸੀਂ ਕਿਹੜਾ ਘੱਟ ਹੋ, ਆਪਣੇ ਆਪ ਨੂੰ ਖਾਨ ਪਠਾਨ ਦੱਸਦੇ ਹੋ। ਬਲੰਗ ਵੀਰ ਦੌੜਿਓ ਬਲੰਗ ਬੋਲ ਪਾਏ। ਇਸ ਤਰ੍ਹਾਂ ਵਜੀਦੇ ਦੀ ਆਵਾਜ਼ ਸੁਣ ਕੇ, ਵਜੀਦੇ ਲਲਕਰਾ ਸੁਣ ਕੇ ਇਹਦੇ ਕੋਲ ਸੂਰਬੀਰ ਫੇਰ ਅੱਗੇ ਵਧੇ ਹਨ। ਰੀਤੇ ਧੋਖੇ ਪੁੰਜ ਗੋਰੀ ਚਲਾਏ। ਔਰ ਧੁਖਦੇ ਹੋਏ ਪਲੀਕਿਆਂ ਨੂੰ ਬੰਦੂਕਾਂ ਨੂੰ ਲਾਇਆ ਹੈ ਤੇ ਗੋਲੀਆਂ ਚਲਾਈਆਂ। ਅਬੇ ਇੱਕ ਨੋ ਸਿੰਘ ਕੋਪੇ ਬਿਸਾਲੇ। ਤਾਂ ਗੁਰੂ ਪਿਆਰਿਓ 10 ਸਿੰਘਾਂ ਨੂੰ ਗੁੱਸਾ ਆਇਆ। ਪਹਿਲਾਂ 5 ਨਿਕਲੇ ਸੀ, ਹੁਣ 10 ਨੂੰ ਗੁੱਸਾ ਆਇਆ ਤੇ ਉਹ 10 ਨਿਕਲੇ ਹਨ। ਤਾਜੀ ਆੜ ਕੋ ਖੈਂਚ ਖੰਗਨ ਨਿਕਾਲੇ। ਉਹਨਾਂ ਨੇ ਵੀ ਆਪਣੀਆਂ ਓਟਾਂ ਛੱਡ ਦਿੱਤੀਆਂ, ਮੋਰਚੇ ਛੱਡ ਕੇ ਮੋਰਚਿਆਂ ਚੋਂ ਬਾਹਰ ਨਿਕਲੇ ਆਏ ਔਰ ਤਲਵਾਰਾਂ ਫੜ ਲਈਆਂ
ਤੇ ਦੁਸ਼ਮਣ ਦੇ ਵਿੱਚ ਜਾ ਵੱਜੇ। ਕੇ ਟੋਏ ਗਾਡੇ ਡਿਗਨ ਢੇਰ ਚਲੇ। ਔਰ ਇਸ ਤਰ੍ਹਾਂ ਗੁਰੂ ਪਿਆਰੋ ਦੁਸ਼ਮਣ ਦੇ ਨੇੜੇ ਢੁੱਕਦੇ ਹਨ ਔਰ ਢਿਗੰਗ ਢੇਰ ਚਾਲੇ ਔਰ ਉਹਨਾਂ ਨੂੰ ਵੜ ਵੜ ਕੇ ਢੇਰ ਲਾਉਣ ਲੱਗੇ, ਉਹਨਾਂ ਦੇ ਨੇੜੇ ਪਹੁੰਚ ਗਏ। ਕੇ ਛੋਭ ਮੈਂ ਛਾਲ ਆਛੇ ਉਛਾਲੇ। ਔਰ ਚੰਗੀਆਂ ਛਾਲਾਂ ਮਾਰ ਮਾਰ ਕੇ ਇਹਨਾਂ ਨੂੰ ਵੱਢਿਆ। ਦਸੋ ਸਿੰਘ ਸੇ ਸਿੰਘ ਤਰਾਸੀ ਨਾ ਸੋਈ। ਇਹ 10 ਸਿੰਘ ਜਿਹੜੇ ਸਨ ਕਿਸੇ ਤਰ੍ਹਾਂ ਵੀ ਡਰਦੇ ਨਹੀਂ। ਨਿਰਭੈ ਵੀਰ ਬਾਕੇ ਗਰੀ ਜੰਗ ਢੋਈ। ਇਹਨਾਂ ਨਿਰਭੈ ਯੋਧਿਆਂ ਨੇ ਬੜੀ ਸੁੰਦਰ ਜੰਗ ਕੀਤੀ ਹੈ। ਕਰਾਂ ਚੋਲ ਚਾਲੇ ਸੋ ਢਾਲੇ ਉਛਾਲੇ। ਔਰ ਹੱਥਾਂ ਵਿੱਚ ਤਲਵਾਰਾਂ ਤੇ ਢਾਲਾਂ ਤੇ ਉਛਲਦੇ ਹੋਏ ਹਜ਼ਾਰੋਂ ਰਿਪੂ ਹੋਏ ਕੈ ਆਲ ਵਾਲੇ। ਹਜ਼ਾਰਾਂ ਬੈਰੀਆਂ ਨੂੰ ਦੁਆਲਿਓਂ ਦਸਾਂ ਨੇ ਘੇਰਾ ਪਾਇਆ। ਰਾਜ ਛੰਦ ਗੁਰੂ ਗੁਰੂ ਉਚਾਰ ਕੈ ਵਿਸਾਲ ਔਜ ਪਾਇ ਕੈ। ਇਸ ਤਰ੍ਹਾਂ ਗੁਰੂ ਨੂੰ ਯਾਦ ਕਰਦੇ ਹੋਏ ਪਤਾ ਨਹੀਂ ਇਹਨਾਂ ਵਿੱਚ ਕਿੰਨੀ ਤਾਕਤ ਆ ਗਈ ਆ। ਭਏ ਪਰਵੇਸ਼ ਫੌਜ ਮੈਂ ਕਨੇਰ ਕਾਵ ਕਾਇ ਕੈ। ਦੁਸ਼ਮਣ ਦੇ ਲਸ਼ਕਰ ਵਿੱਚ ਵੜ ਕੇ ਬੇਅੰਤ ਦੁਸ਼ਮਣ ਨੂੰ ਜ਼ਖਮ ਦਿੰਦੇ ਆ। ਜਹਾਂ ਪਰ ਇਕੱਤਰ ਹੈ ਵ ਬਚਿੱਤਰ ਜੁਦ ਠਾਣ ਤੇ। ਦਸੇ ਸਿੰਘ ਜਿੱਧਰ ਨੂੰ ਹੱਲਾ ਕਰਕੇ ਜਾਂਦੇ ਆ ਦੁਸ਼ਮਣ ਵੀ ਆਸ਼ਾਸ਼ ਕਰ ਉੱਠਦਾ ਇਹਨਾਂ ਦੇ ਗੁਰੂ ਪਿਆਰੋ ਸ਼ਸਤਰ ਨੂੰ ਚੱਲਦਾ ਵੇਖ ਕੇ। ਸਮੇਤ ਅਤਰ ਸ਼ਤਰੂ ਕੋ ਸੋ ਪੱਤਰ ਜਿਉ ਪ੍ਰਹਾਣ ਤੇ। ਇਸ ਤਰ੍ਹਾਂ ਗੁਰੂ ਪਿਆਰਿਓ ਸ਼ਸਤਰਾਂ ਦੇ ਨਾਲ ਵੈਰੀਆਂ ਨੂੰ ਐਂ ਵੜਦੇ ਆ ਜਿਵੇਂ ਕੋਈ ਪੱਤੇ ਝਾੜਦਾ ਹੋਵੇ, ਐਂ ਦੁਸ਼ਮਣ ਨੂੰ ਝਾੜ ਰਹੇ ਆ। ਹਜੀ ਜੰਗ ਜਾਰੀ ਆ, ਰਹਿੰਦਾ ਕੱਲ ਨੂੰ ਸਰਵਣ ਕਰਾਂਗੇ। ਸਮਾਂ ਸਮਾਪਤੀ ਤੇ ਹੈ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्व मैं। जन गुणतास। हे संगी हे निरंकार हे निर्गुण सब टीक। हे गोबिंद हे गुण निधान। सदा विवेक। हे अपरंपर हर हरे। हो बदहार। हे संत के सदा संग। आधार। हे ठाकुर हों दासरो। निर्गुण गुण नहीं कोई। नानक दीजै नाम दान। परोए। आए प्रभ शरणागति। नित दयाल। एक अखर हर मन बसत। होत निहाल। एक अंकार सतगुरु। प्रसाद सच हुए। वाहिगुरु जी की फतेह है। विनाशन सोए। वाहिगुरु जी की फतेह है। विनाशन सोए। वाहिगुरु जी का खालसा वाहिगुरु जी की फतेह।